ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅਮਨ ਬਾਂਸਲ ਤੁਹਾਡਾ ਸਵਾਗਤ ਕਰਦਾ ਹਾਂ ਜੀ ਅਭੀ ਪੀਡੀਐਫ ਡਿਜੀਟਲ ਪਲੇਟਫਾਰਮ ਦੇ ਅੰਦਰ। ਤੇ ਅੱਜ ਆਪਣੀ 6th ਕਲਾਸ ਹੈ ਜੀ ਐਜ਼ ਪਰ ਸ਼ਡਿਊਲ। ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਸਿਹਤਮੰਦ ਹੋਵੋਗੇ ਤੇ ਨਾਲ ਤੁਸੀਂ ਆਪਦੀ ਤਿਆਰੀ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ। ਤੇ ਲਾਸਟ ਕਲਾਸ ਦੇ ਅੰਦਰ ਤੁਹਾਨੂੰ ਮੈਂ ਇੱਕ ਸਵਾਲ ਦਿੱਤਾ ਸੀਗਾ ਜੀ, ਜਿਵੇਂ ਕਿ ਉਹ ਆਪਾਂ ਡਿਸਕਸ ਕਰਦੇ ਹਾਂ ਜੀ। ਇਨ ਵਿਚ ਆਫ ਦੀ ਫੋਲੋਇੰਗ ਲੈਂਗੁਏਜ ਆ ਸੋਰਸ ਪ੍ਰੋਗਰਾਮ ਇਜ਼ ਰਿਟਨ। ਇਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਜਿਹੜਾ ਇਹ ਵਾਲਾ ਕੁਐਸਚਨ ਹੈ ਇਹ ਕੀ ਕਰਨਾ ਹੈ ਜੀ, ਕਮੈਂਟ ਕਰਕੇ ਦੱਸਣਾ। ਕੁਝ ਬੱਚਿਆਂ ਨੇ ਕਮੈਂਟ ਕਰਕੇ ਦੱਸਿਆ ਵੀ ਤੇ ਕੁਝ ਨੇ ਨਹੀਂ ਵੀ ਦੱਸਿਆ। ਚਲੋ ਕੋਈ ਗੱਲ ਨਹੀਂ, ਨੈਕਸਟ ਟਾਈਮ ਬੈਟਰ ਟਰਾਈ ਕਰਨੀ ਹੈ। ਤੁਹਾਨੂੰ ਇਹ ਰਿਪਲਾਈ ਕਰਨ ਲਈ ਕਿਉਂ ਕਿਹਾ ਗਿਆ ਜੀ, ਕਿਉਂਕਿ ਜੋ ਮਿਸਟੇਕਸ ਆਪਾਂ ਪਹਿਲੀ ਕਲਾਸ ਤੋਂ ਹੀ ਫਾਰਮੂਲਾ ਹੈ ਕਿ ਜੋ ਗਲਤੀਆਂ ਆਪਾਂ ਕਲਾਸ ਦੇ ਵਿੱਚ ਸਵਾਲ ਦਾ ਆਨਸਰ ਦੱਸ ਕੇ ਕਰ ਸਕਦੇ ਹਾਂ, ਸੋ ਦੈਟ ਕਿ ਆਪਾਂ ਇੱਥੇ ਆਪਦੇ ਆਪ ਨੂੰ ਕਰੈਕਟ ਕਰ ਲਈਏ, ਰੈਕਟੀਫਾਈ ਕਰ ਲਈਏ ਕਿ ਆਪਾਂ ਗਾਹਾਂ ਜਾ ਕੇ ਕੋਈ ਵੀ ਗਲਤੀ ਨਾ ਦੁਹਰਾਈਏ ਜਦੋਂ ਕਿ ਆਪਣੇ ਕੋਲ ਫਾਈਨਲ ਪੇਪਰ ਆਏਗਾ। ਤਾਂ ਇਹਦੇ ਵਿੱਚ ਆਪਣੇ ਕੋਲ ਜਿਹੜਾ ਸਹੀ ਆਨਸਰ ਬਣਦਾ ਸੀ, ਜਿਹਦੇ ਵਿੱਚ ਪ੍ਰੋਗਰਾਮ ਲਿਖਿਆ ਜਾਂਦਾ ਹੈ, ਉਹ ਕੀ ਹੈ ਜੀ, ਹਾਈ ਲੈਵਲ ਲੈਂਗੁਏਜ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੇ ਨਾਲ ਆਪਾਂ ਨੂੰ ਹਿਊਮਨ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਅੰਡਰਸਟੈਂਡ ਹੋ ਜਾਂਦਾ ਹੈ। ਉਸ ਤਰੀਕੇ ਨਾਲ ਜਿਹੜੀ ਇਹ ਪ੍ਰੋਗਰਾਮਿੰਗ ਹੈ ਉਹ ਲਿਖਣੀ ਵੀ ਸੌਖੀ, ਜਿਹੜੀ ਕਿ ਆਪਾਂ ਸਟਾਰਟ ਕੀਤੀ ਸੀ। ਤੇ ਜਿਹੜਾ ਆਪਣਾ ਪ੍ਰੋਗਰਾਮ ਹੈ ਜਿਸ ਤਰ੍ਹਾਂ ਤਾਂ ਆਪਾਂ ਤਿਆਰੀ ਕਰ ਰਹੇ ਹਾਂ, ਜਿਹੜਾ ਅਭੀ ਪੀਡੀਐਫ ਪਲੇਟਫਾਰਮ ਹੈ, ਇਟ ਇਜ਼ ਪਾਵਰਡ ਬਾਈ ਮੈਨੂੰ ਆਈਏਐਸ। ਇਹਦੇ ਵਿੱਚ ਕੀ ਹੈ ਜੀ, ਨੈਬ ਤਹਿਸੀਲਦਾਰ, ਫੂਡ ਇੰਸਪੈਕਟਰ, ਜਿੰਨੇ ਵੀ ਪੰਜਾਬ ਗਵਰਨਮੈਂਟ ਦੇ ਲਾਈਟ ਸਰਵਿਸਿਜ਼ ਐਗਜ਼ਾਮ ਨੇ, ਕੋਆਪਰੇਟਿਵ ਇੰਸਪੈਕਟਰ ਹੈ, ਪਟਵਾਰੀ ਹੈ, ਪੁਲਿਸ ਕਾਂਸਟੇਬਲ ਹੈ, ਪੁਲਿਸ ਐਸਆਈ, ਐਕਸਾਈਜ਼, ਟੈਕਸੇਸ਼ਨ ਇੰਸਪੈਕਟਰ, ਇਹ ਸਾਰੇ ਦੇ ਸਾਰੇ ਜਿਹੜੇ ਕੋਰਸ ਨੇ ਇੱਕੋ ਰੂਫ ਜਾਂ ਇੱਕੋ ਹੀ ਵਨ ਸਟਾਪ ਸੋਲਿਊਸ਼ਨ ਦੇ ਤਹਿਤ ਤੁਹਾਨੂੰ ਮਿਲ ਰਹੇ ਨੇ। 30% ਦਾ ਜਿਹੜਾ ਆਫਰ ਹੈ ਤੇ ਸਾਰਾ ਜਿਹੜਾ ਪੈਕੇਜ ਹੈ 17,500 ਦਾ ਹੈ ਜੀ। ਤੇ ਜੇ ਪੂਰਾ ਦਾ ਪੂਰਾ ਜਿਹੜਾ ਕੋਰਸ ਹੈ ਜੀ ਉਹ 1 ਸਾਲ ਦੇ ਲਈ ਵੈਲਿਡ ਰਹੇਗਾ, ਕਿਉਂਕਿ ਇਹਦੇ ਵਿੱਚੋਂ ਕੁਝ ਬੱਚੇ ਹੋ ਸਕਦਾ 5 ਪੇਪਰ ਦਿੰਦੇ ਹੋ ਸਕਦਾ ਕੋਈ 4 ਪੇਪਰ ਦੀ ਤਿਆਰੀ ਕਰਦਾ ਹੋ, ਕੋਈ 3 ਦੀ। ਤਾਂ ਇਹ ਸਾਰੇ ਤੁਹਾਡੇ ਟੇਸਟ ਮੁਤਾਬਿਕ, ਕਈ ਵਾਰ ਬੱਚੇ ਸਾਰੇ ਪੇਪਰ ਵੀ ਦਿੰਦੇ ਆ ਜੀ, ਕਿ ਜਿਹਦੇ ਵਿੱਚ ਰੈਂਕਿੰਗ ਵਧੀਆ ਆਏਗੀ ਉਸ ਪੋਸਟ ਦੇ ਉੱਪਰ ਅਸੀਂ ਜਾਵਾਂਗੇ, ਵੇਟਿੰਗ ਉਸ ਤਰੀਕੇ ਨਾਲ ਡਿਸਾਈਡ ਹੋਏਗੀ। ਤਾਂ ਇਸ ਕਰਕੇ ਤੁਸੀਂ ਇਹਦੇ ਵਿੱਚੋਂ ਕੋਈ ਵੀ ਐਗਜ਼ਾਮ ਲੈ ਸਕਦੇ ਹੋ। ਤਾਂ ਸਾਰਿਆਂ ਦਾ ਅਲੱਗ-ਅਲੱਗ ਕੋਰਸ ਵਰਕ ਬਣਿਆ ਹੋਇਆ, ਅਲੱਗ-ਅਲੱਗ ਤਰੀਕੇ ਨਾਲ ਸਮ ਸੋਲਿਊਸ਼ਨਸ ਬਣੇ ਹੋਏ, ਅਲੱਗ-ਅਲੱਗ ਤਰੀਕੇ ਨਾਲ ਵੀਡੀਓ, ਅਲੱਗ-ਅਲੱਗ ਤਰੀਕੇ ਨਾਲ ਹੀ ਹਰ ਇੱਕ ਟੌਪਿਕ ਸਮਝਾਇਆ ਗਿਆ। ਇਹ ਨਹੀਂ ਜੀ ਕਿ ਇੱਕੋ ਹੀ ਸਾਰੀਆਂ ਵੀਡੀਓਜ਼ ਉਹਦੇ ਵਿੱਚ ਐਡ ਨੇ। ਚਲੋ ਜੀ, ਅੱਜ ਦੀ ਆਪਣੀ ਜਿਹੜੀ ਐਕਚੁਅਲ ਦੇ ਵਿੱਚ ਕੁਐਸਚਨਸ ਨੇ ਉਹ ਇੱਥੋਂ ਸ਼ੁਰੂ ਹੋਣਗੇ। ਜਿਵੇਂ ਕਿ ਆਪਾਂ ਤੁਹਾਨੂੰ ਲਾਸਟ ਦੱਸਿਆ ਕਿ ਜਿਹੜਾ ਹਾਰਡਵੇਅਰ ਹੈ ਉਹ ਕੀ ਸਮਝੇਗਾ ਜੀ, ਹਾਰਡਵੇਅਰ ਨੂੰ ਚਲਾਉਣ ਵਾਲਾ ਕੌਣ ਹੈ ਜੀ, ਮਸ਼ੀਨ ਲੈਂਗੁਏਜ ਉਹ ਦੱਸੇਗੀ ਕਿ ਹਾਰਡਵੇਅਰ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ। ਆਪਾਂ ਪਿਛਲੀ ਕਲਾਸ ਦੇ ਵਿੱਚ ਵੀ ਦੱਸਿਆ ਜੀ ਤੁਹਾਨੂੰ ਕਿ ਜਿਹੜੀ ਮਸ਼ੀਨ ਲੈਂਗੁਏਜ ਆ, ਮਸ਼ੀਨ ਨੂੰ ਕੀ ਸਮਝ ਆਏਗਾ ਜੀ, 1001, ਜਿਵੇਂ ਮਸ਼ੀਨ ਡਿਪੈਂਡੈਂਟ ਦੀ ਆਪਾਂ ਗੱਲ ਕੀਤੀ। ਅਸੈਂਬਲੀ, ਉਹਦੇ ਵਿੱਚ ਆਪਾਂ ਛੋਟੇ ਕੋਡ ਯੂਜ਼ ਕਰਾਂਗੇ। ਜਾਂ ਇਹਦੇ ਵਿੱਚ ਕੁਐਸਚਨ ਇੱਕ ਵਾਰ ਪੇਪਰ ਦੇ ਵਿੱਚ ਆਇਆ ਵੀ ਹੈ ਜੀ ਕਿ ਅਸੈਂਬਲਰ ਦਾ ਕੀ ਕੰਮ ਹੈ ਜੀ, ਕੰਪਾਈਲਰ ਦਾ ਕੀ ਕੰਮ ਹੈ ਜੀ, ਇਹ ਵੀ ਕਰਾਂਗੇ। ਤੇ ਇੰਟਰਪ੍ਰੇਟਰ ਦਾ ਕੀ ਕੰਮ ਹੈ। ਇਹ ਜਿਹੜਾ ਐਡ ਇਹ ਵੀ ਲਿਖਿਆ ਹੈ, ਇਹ ਵੀ ਕੀ ਨੇ ਜੀ, ਸਾਰੇ ਮੈਮੋਨਿਕਸ ਕੋਡ ਨੇ ਜੀ, ਮੈਮੋਨਿਕਸ। ਤੇ ਹਾਈ ਲੈਵਲ ਕੀ ਹੈ, C = A+B, ਕਿ ਜਿਵੇਂ ਆਪਾਂ ਨਾਰਮਲੀ ਹਿਊਮਨ ਟੋਨ ਦੇ ਅੰਦਰ ਕਹਿ ਦਿੰਦੇ ਕਿ ਇਹ 2 ਦਾ ਐਡ ਕਰ ਲਓ, ਇਹਨੂੰ ਘਟਾ ਲਓ, ਇਹਨੂੰ ਡਿਵਾਈਡ ਕਰ ਦਿਓ। ਹਿਊਮਨ ਲੈਂਗੁਏਜ ਦੇ ਅੰਦਰ ਆਪਾਂ ਇਹਨੂੰ ਲਿਖਦੇ ਹਾਂ C++, ਜਾਵਾ, ਦੈਟ ਇਜ਼ C = A+B। ਲਓ ਜੀ, ਜਿਹੜਾ ਕੁਐਸਚਨ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਉਸ ਤਰੀਕੇ ਨਾਲ ਅੱਜ ਦਾ ਪਹਿਲਾ ਸਵਾਲ ਜੀ, ਸੈਟ ਆਫ ਕੰਪਿਊਟਰ ਪ੍ਰੋਗਰਾਮ ਦੈਟ ਮੈਨੇਜ ਦੀ ਹਾਰਡਵੇਅਰ ਸੌਫਟਵੇਅਰ ਆਫ ਏ ਕੰਪਿਊਟਰ ਆਰ ਕਾਲਡ। ਕੀ ਕਹਿੰਦੇ ਆ ਜੀ ਆਪਾਂ ਉਹਨੂੰ, ਕੰਪਾਈਲਰ ਕਹਿੰਦੇ ਆ, ਆਪਰੇਸ਼ਨ ਸਿਸਟਮ ਕਹਿੰਦੇ ਆ, ਆਪਰੇਟਿੰਗ ਸਿਸਟਮ ਕਹਿੰਦੇ ਆ, ਜਾਂ ਨਨ ਆਫ ਦੀ ਅਬਵ ਕਹਿੰਦੇ ਆ। ਹੁਣ ਜਿਵੇਂ ਕਿ ਤੁਹਾਨੂੰ ਸਕਰੀਨ ਰੀਡਿੰਗ ਕਰਾ ਰਹੇ ਆ ਜੀ, ਤਾਂ ਕੁਝ ਪੇਪਰ CBT ਹੁੰਦੇ ਨੇ, ਕੁਝ ਪੇਪਰ ਆਫਲਾਈਨ ਹੁੰਦੇ ਨੇ। ਤਾਂ ਆਫਲਾਈਨ ਦਾ ਦਰਜਾ ਵੀ ਤੁਹਾਨੂੰ ਮੈਂ ਦੱਸਿਆ ਕਿ ਸੈਲਫ ਅਸੈਸਮੈਂਟ ਸ਼ੀਟ ਬਣਾਓ ਜੀ, ਘਰੇ ਆਪਦੇ ਕੋਲ 10 ਨੰਬਰ ਤੱਕ ਲਿਖੋ ਕਿ ਕਿਹੜੇ ਸਵਾਲ ਸਰ ਨੇ ਪੁੱਛੇ ਸੀ, ਕਿਹੜੀ ਅਸੀਂ ਪ੍ਰੈਕਟਿਸ ਕੀਤੀ। ਹੁਣ ਆਪਾਂ ਇਹਨੂੰ ਕੋਈ ਮੈਰਾਥਨ ਸੈਸ਼ਨ ਅੰਦਰ ਵਿੱਚ ਨਹੀਂ ਲੈ ਕੇ ਜਾ ਰਹੇ, ਕੋਈ 50 ਮਿੰਟ ਦਾ ਸੈਸ਼ਨ ਨਹੀਂ, ਕੋਈ 40 ਮਿੰਟ ਦਾ ਨਹੀਂ। ਇਹ ਸਾਰਾ 25 ਤੋਂ ਲੈ ਕੇ 20 ਮਿੰਟ ਦਾ, ਜਿਹੜਾ 20-25 ਮਿੰਟ ਦਾ ਸੈਸ਼ਨ ਹੈ ਉਹ ਆਪਾਂ ਡਿਸਕਸ ਕਰਦੇ ਹੁੰਦੇ ਇਹਦੇ ਵਿੱਚ। ਤੇ ਨਾਲ 10 ਤੋਂ ਲੈ ਕੇ 12 ਸਵਾਲ ਆਪਾਂ ਇਹ ਸੋਲਵ ਕਰਦੇ ਹਾਂ, ਨਾਲ ਆਪਾਂ ਆਪਦੇ ਕਨਸੈਪਟ ਨੂੰ ਵੀ ਦਰੁਸਤ ਕਰ ਲੈਂਦੇ ਹਾਂ। ਤਾਂ ਇਹਦੇ ਵਿੱਚ ਜਿਹੜਾ ਆਪਾਂ ਨੂੰ ਸਾਰਾ ਮੈਨੇਜ ਕਰਦਾ ਉਹ ਕੀ ਹੈ ਜੀ, ਓਪਰੇਟਿੰਗ ਸਿਸਟਮ ਮੈਨੇਜ ਕਰਦਾ। ਤੇ ਇਸ ਦੇ ਰਿਗਾਰਡਿੰਗ ਜਿਹੜੇ ਸਵਾਲ ਆਏ ਨੇ, ਟ੍ਰੈਂਡਿੰਗ ਤੇ ਇੰਪੋਰਟੈਂਟ ਸਵਾਲ ਆਏ ਨੇ, ਓਪਰੇਟਿੰਗ ਸਿਸਟਮ ਦੇ ਨਾਲ ਜਿਹੜਾ ਜੁੜਿਆ ਸਵਾਲ ਹੈ, ਇਹ ਤੁਹਾਨੂੰ ਪੇਪਰ ਦੇ ਵਿੱਚ ਲਾਜ਼ਮੀ ਮਿਲੇਗਾ। ਗੱਲ ਨੋਟ ਕਰ ਲਓ। ਉਵੇਂ ਆ ਦੇਖੋ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਜੀ ਵੀ ਕੰਪਾਈਲਰ ਕਿਵੇਂ ਕੰਮ ਕਰਦਾ ਹੈ, ਇੰਟਰਪ੍ਰੇਟਰ ਕੀ ਕੰਮ ਕਰਦਾ ਹੈ। ਕੰਪਾਈਲਰ ਸੋਰਸ ਕੋਡ ਲੈਂਦਾ ਹੈ ਜੀ, ਤਾਂ ਉਹ ਮਸ਼ੀਨ ਕੋਡ ਦੇ ਵਿੱਚ ਕਨਵਰਟ ਕਰਦਾ ਹੈ। ਜਿਵੇਂ ਆਪਾਂ ਮਸ਼ੀਨ ਲੈਂਗੁਏਜ ਦੀ ਗੱਲ ਕੀਤੀ, ਆਊਟਪੁੱਟ ਆਉਂਦੀ ਹੈ। ਪਰ ਜਿਹੜਾ ਪ੍ਰੋਗਰਾਮ ਜੇ ਆਪਾਂ ਨੂੰ ਦਿੱਤਾ ਤਾਂ ਕੰਪਾਈਲਰ ਦੇ ਕੋਈ ਐਰਰ ਆ ਗਿਆ ਤਾਂ ਉਹ ਵੀ ਮੈਸੇਜ ਨਾਲ ਦੀ ਨਾਲ ਆਪਣੇ ਕੋਲ ਸਾਹਮਣੇ ਆ ਜਾਏਗਾ, ਮਸ਼ੀਨ ਲੈਂਗੁਏਜ ਕੋਡ ਦੇ ਅੰਦਰ ਆਏਗਾ ਤੇ ਆਊਟਪੁੱਟ ਆਪਣੇ ਸਾਹਮਣੇ ਨਜ਼ਰ ਆਏਗੀ। ਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ
ਜਿਹੜਾ ਮਸ਼ੀਨ ਲੈਂਗੁਏਜ ਕੋਡ ਆ ਆਪਾਂ ਨੂੰ ਇੱਥੇ ਦਿਖ ਰਿਹਾ, ਇੰਟਰਪ੍ਰੀਟੇਸ਼ਨ ਸਿਰਫ ਇਸ ਲੈਂਗੁਏਜ ਦੇ ਵਿੱਚ ਹੋ ਰਹੀ ਹੈ। ਤਾਂ ਡਿਫਰੈਂਸ ਤੁਸੀਂ ਦੇਖ ਸਕਦੇ ਹੋ। ਜਿਹੜਾ ਕੰਪਾਈਲਰ ਹੈ ਉਹ ਕੀ ਕਰਦਾ ਹੈ ਜੀ, ਇੱਕ ਪ੍ਰੋਗਰਾਮ ਨੂੰ ਇੱਕੋ ਸਮੇਂ ਤੇ ਲੈ ਕੇ ਚੱਲਦਾ। ਇਟ ਟੇਕਸ ਐਨ ਐਂਟਾਇਰ ਪ੍ਰੋਗਰਾਮ ਐਟ ਅ ਟਾਈਮ, ਇੱਕ ਵਾਰ ਸਾਰਾ ਪ੍ਰੋਗਰਾਮ। ਇਟ ਟੇਕ ਸਿੰਗਲ ਲਾਈਨ। ਹੁਣ ਇੰਟਰਪ੍ਰੀਟਰ ਨੇ ਕੀ ਕੀਤਾ, ਸਿੰਗਲ ਲਾਈਨ ਲੈ ਲਈ। ਜਿੱਥੇ ਐਰਰ ਆ ਗਿਆ ਪ੍ਰੋਗਰਾਮ ਦੇ ਅੰਦਰ, ਜਿੱਥੇ ਵੀ ਦੇਖੋ ਜੀ, ਜਿੱਥੇ ਵੀ ਐਰਰ ਆ ਗਿਆ ਉਸ ਪ੍ਰੋਗਰਾਮ ਤੇ ਆਪਾਂ ਕੀ ਕਰਨਾ ਹੈ ਜੀ, ਉੱਥੇ ਐਰਰ ਆ ਗਈ, ਜਿੱਥੇ ਵੀ ਰੁਕ ਗਿਆ ਉੱਥੇ ਆਪਾਂ ਖਤਮ ਕਰ ਦੇਣਾ। ਬਸ ਉੱਥੇ ਐਰਰ ਆਊਗਾ ਦੁਬਾਰੇ ਫਿਰ ਚੈੱਕ ਕਰਨਾ ਪਊਗਾ। ਜਿੱਥੇ ਵੀ ਪ੍ਰੋਗਰਾਮ ਰੁਕ ਗਿਆ ਜੀ, ਮੰਨ ਲਓ ਆਪਾਂ ਕਹਿੰਦੇ ਆ ਜੀ ਕੋਈ ਵੀਡੀਓ ਰੁਕ ਗਈ ਜੀ, ਕੋਈ ਸੀਨ ਰੁਕ ਗਿਆ ਜੀ, ਕੋਈ ਆਪਾਂ ਕੰਮ ਕਰ ਰਹੇ ਟ੍ਰਾਂਜੈਕਸ਼ਨ ਰੁਕ ਗਈ, ਮੀਨਸ ਐਰਰ ਆ ਗਿਆ ਉੱਥੇ। ਉਵੇਂ ਉੱਥੇ ਐਰਰ ਆ ਗਿਆ, ਦੇਖੋ ਲਿਖਿਆ ਨਾ ਇਟ ਜਨਰੇਟਸ ਇੰਟਰਮੀਡੀਏਟ ਕੋਡ, ਨਾਲ ਦੀ ਨਾਲ ਕੋਡ ਲੈ ਲੈਂਦਾ। ਸਪੀਡ ਕਿਉਂ ਹੈ, ਕਿਉਂਕਿ ਨਾਲ ਦੀ ਨਾਲ ਦੱਸ ਦੂਗਾ ਜੀ ਕੰਪਾਈਲੇਸ਼ਨ ਡਨ ਬਿਫੋਰ ਐਗਜ਼ੀਕਿਊਸ਼ਨ, ਜਿੱਥੇ ਐਰਰ ਹੋਊਗਾ ਉੱਥੇ ਰੁਕ ਜਾਏਗਾ। ਇੰਟਰਪ੍ਰੀਟਰ ਕੀ ਹੋਗਾ, ਜਿਹੜੀ ਲਾਈਨ ਨਾਲ ਕਰ ਰਿਹਾ ਉੱਥੇ ਨਾਲ ਐਰਰ ਵੀ ਡਿਫਾਈਨ ਕਰਦਾ ਰਹੇ, ਕਿਉਂਕਿ ਉਹਨੇ ਇੱਕ ਲਾਈਨ ਚੈੱਕ ਕਰਨੀ ਹੈ। ਆ ਦੇਖੋ ਜੀ, ਡਿਸਪਲੇ ਐਰਰ ਆਫ ਈਚ ਲਾਈਨ 1 by 1, ਡਿਸਪਲੇ ਆਲ ਐਰਰਸ ਆਫਟਰ ਦੀ ਕੰਪਾਈਲੇਸ਼ਨ ਐਟ ਆਲ ਦੀ ਸੇਮ ਟਾਈਮ। ਤਾਂ ਉਹਦੇ ਵਿੱਚ ਇਹ ਰਹੇਗਾ ਜਿਹੜਾ ਕੰਪਾਈਲਰ ਤੇ ਇੰਟਰਪ੍ਰੀਟਰ। ਜਿਹੜੇ ਪੁਆਇੰਟ ਤੁਹਾਡੇ ਨਾਲ ਡਿਸਕਸ ਕੀਤੇ, ਇਹ ਵਾਲੇ ਪੁਆਇੰਟ ਵੀ ਆਪਣੇ ਸਵਾਲਾਂ ਦਾ ਹਿੱਸਾ ਨੇ। ਆਪਣਾ ਜਿਹੜਾ ਹੈਡਿੰਗ ਚੱਲ ਰਿਹਾ ਬੱਚੇ, ਉਹ ਕਿਹੜਾ ਹੈਡਿੰਗ ਚੱਲ ਰਿਹਾ ਡੀਅਰ ਸਟੂਡੈਂਟਸ, ਉਹ ਆਪਣਾ ਹੈਡਿੰਗ ਚੱਲ ਰਿਹਾ ਜੀ ਐਗਜ਼ਾਮ ਓਰੀਐਂਟਡ ਸਟੱਡੀ। ਉਹਦੇ ਵਿੱਚ ਆਪਾਂ ਟ੍ਰੈਂਡਿੰਗ ਕੁਐਸਚਨ ਵੀ ਕਰ ਰਹੇ ਹਾਂ, ਇੰਪੋਰਟੈਂਟ ਕੁਐਸਚਨ ਵੀ ਕਰ ਰਹੇ ਹਾਂ, ਆਪਾਂ ਕਹਿੰਦੇ ਹੌਟ ਫੇਵਰੇਟ ਕੁਐਸਚਨ ਵੀ ਕਰ ਰਹੇ, ਨਾਲ ਉਹ ਗੱਲਾਂ ਵੀ ਕਰ ਰਹੇ ਹਾਂ ਜਿੱਥੇ ਬੱਚੇ ਬੇਸਿਕ ਗਲਤੀਆਂ ਕਰ ਜਾਂਦੇ ਨੇ, ਐਗਜ਼ਾਮਪਲ ਦਾ ਵਿੱਚ ਗਲਤੀਆਂ ਕਰਦੇ ਨੇ ਐਗਜ਼ਾਮ ਦੇ ਅੰਦਰ, ਕਿ ਕੋਈ ਛੋਟੀ ਜਿਹੀ ਐਗਜ਼ਾਮਪਲ ਪੁੱਛੀ ਕਿ ਉਹਦੇ ਉੱਪਰ ਗਲਤੀ ਕਰ ਦੇਣਾ ਦੁਬਾਰੇ ਤੋਂ। ਹੁਣ ਕੰਪਿਊਟਰ ਦੇ ਵਿੱਚ ਕੁਝ ਗਲਤੀ ਕਰਨਾ ਈਜ਼ੀ ਨਹੀਂ, ਕੁਝ ਹੋਏਗਾ ਸਰ ਇਹ ਤਾਂ ਬੜਾ ਈਜ਼ੀ ਹੈ ਜੀ, ਇਹਦੇ ਵਿੱਚ ਤਾਂ ਗਲਤੀ ਹੋ ਨਹੀਂ ਸਕਦੀ। ਕਿਉਂ ਨਹੀਂ ਗਲਤੀ ਹੋ ਸਕਦੀ ਜੀ, ਕਿਉਂਕਿ ਜੇ ਆਪਾਂ ਕਨਸੈਪਟ ਨੂੰ ਦਰੁਸਤ ਨਹੀਂ ਕਰਾਂਗੇ ਤਾਂ ਗਲਤੀ ਹੋ ਸਕਦੀ ਹੈ। ਬਾਕੀ ਇਹਦੇ ਵਿੱਚ ਗਲਤੀ ਹੋਣ ਦੇ ਚਾਂਸਸ ਜ਼ਿਆਦਾ ਨੇ। ਇਹਨੂੰ ਕਈ ਵਾਰ ਈਜ਼ੀ ਲੈ ਜਾਂਦਾ, ਜੇ ਮੈਂ ਕਿਹਾ ਬੱਚੇ ਕਹਿੰਦੇ ਨਹੀਂ ਤਾਂ ਬੜਾ ਈਜ਼ੀ ਹੈ, ਇਟਸ ਨਾਟ ਐਨ ਈਜ਼ੀ ਵਾਕ, ਠੀਕ ਹੈ, ਕੋਈ ਕੇਕ ਵਾਕ ਨਹੀਂ ਹੈਗੀ, ਇਹ ਈਜ਼ੀ ਹੈ। ਬਟ ਇਹਨੂੰ ਥੋੜ੍ਹਾ ਸਮਝ ਕੇ ਕਰਾਂਗੇ ਤਾਂ ਉਹ ਜਿਹੜਾ ਤੁਸੀਂ ਈਜ਼ੀ ਸਮਝ ਰਹੇ ਹੋ ਉਹਦੇ ਨਾਲ ਆਪਣੇ ਸਾਰੇ ਸਵਾਲ ਹੱਲ ਹੋ ਜਾਣਗੇ। ਤਾਂ ਜਿੰਨੇ ਵੀ ਸਲਾਈਡਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਬਿਟਵੀਨ ਮਿਲੇਗਾ, ਮੈਂ ਬਹੁਤ ਸਾਰੇ ਸਲਾਈਡਾਂ ਦੇ ਵਿੱਚ ਤੁਹਾਨੂੰ ਹਲੇ ਗਾਂ ਬਹੁਤ ਸਾਰੀਆਂ ਕਲਾਸਿਸ ਚੱਲਣੀਆਂ ਜੀ, ਬਹੁਤ ਸਾਰੀਆਂ ਕਲਾਸਿਸ ਆਉਣੀਆਂ, ਉਹਦੇ ਵਿੱਚ ਇਸ ਤਰੀਕੇ ਨਾਲ ਡਿਫਰੈਂਸ ਬਿਟਵੀਨ ਦੇਵਾਂਗਾ। ਉਹ ਸਿਰਫ ਇਹ ਹੈ ਤੁਹਾਡੇ ਦਿਮਾਗ ਦੇ ਅੰਦਰ ਜੋ ਕੋਈ ਵੀ ਡਾਊਟ ਆ ਉਹ ਕਲੀਅਰ ਹੋ ਜਾਵੇ। ਅਦਰਵਾਈਜ਼ ਇਹਦੀ ਥਿਊਰੀ ਇੰਨੀ ਕੁ ਹੀ ਕਾਫੀ ਸੀ ਇੱਕ ਲਾਈਨ ਦੇ ਅੰਦਰ। ਹਾਂਜੀ, ਹੁਣ ਤੁਹਾਨੂੰ ਮੈਂ ਕਨਸੈਪਟ ਦੱਸਤਾ ਕਿ ਸਾਰਾ ਕਨਸੈਪਟ ਇਹ ਹੈ ਜੀ। ਉਸ ਤੋਂ ਬਾਅਦ ਸਵਾਲ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਜਾਂ ਪੁੱਛਿਆ ਜਾ ਸਕਦਾ, ਇਸ ਵਾਰ ਵੀ ਜਿਹੜਾ PSSB ਦਾ ਪੇਪਰ ਹੋਇਆ ਸੀ, ਪਟਵਾਰੀ ਦਾ ਪੇਪਰ ਹੋਇਆ ਸੀ ਜਿਹੜੇ 2023 ਦੇ ਅੰਦਰ ਆ, ਅੱਜ ਮਤਲਬ ਅਗਸਤ ਤੋਂ ਪਹਿਲਾਂ ਜਿਹੜੇ ਪੇਪਰ ਹੋਇਆ, ਆਹ 3-4 ਸਵਾਲ ਇਸੇ ਵਰਡਿੰਗ ਦੇ ਅੱਗੇ ਪਿੱਛੇ ਆ ਕੇ ਪੁੱਛੇ ਗਏ। ਧਿਆਨ ਨਾਲ ਦੇਖੋ, ਆ ਸੌਫਟਵੇਅਰ ਦੈਟ ਕਨਵਰਟ ਏ ਪ੍ਰੋਗਰਾਮ ਇਨਟੂ ਅਸੈਂਬਲੀ ਲੈਂਗੁਏਜ ਇਨਟੂ ਏ ਮਸ਼ੀਨ ਲੈਂਗੁਏਜ ਇਜ਼ ਕਾਲਡ। ਕੀ ਕਹਿੰਦੇ ਆ, ਕੰਪਾਈਲਰ ਕਹਿੰਦੇ ਆ, ਅਸੈਂਬਲਰ ਕਹਿੰਦੇ ਆ, ਇੰਟਰਪ੍ਰੀਟਰ ਕਹਿੰਦੇ ਆ, ਨਨ ਆਫ ਥੀਸ। ਇਹੀ ਆਪਾਂ ਸੈਲਫ ਅਸੈਸਮੈਂਟ ਸ਼ੀਟ ਤੇ ਕਰਨਾ ਹੈ, ਇਹੀ ਆਪਾਂ ਮੈਨੂੰ ਰਿਪਲਾਈ ਦੇ ਵਿੱਚ ਦੱਸਣਾ ਹੈ। ਤਾਂ ਜਿਹੜੀ ਸੋਰਸ ਟੈਕਸਟ ਫਾਈਲ ਹੈ, ਅਸੈਂਬਲਰ ਹੈ, ਤੇ ਆਪਣੇ ਕੋਲ ਕੀ ਆ ਜਾਂਦਾ ਜੀ, ਬਾਈਨਰੀ ਮਸ਼ੀਨ ਲੈਂਗੁਏਜ ਦੇ ਅੰਦਰ ਕਨਵਰਟ ਹੋ ਜਾਂਦੀ ਹੈ ਅਸੈਂਬਲੀ ਲੈਂਗੁਏਜ। ਉਸ ਤੋਂ ਬਾਅਦ ਹੀ ਉਹ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਹੋਏਗੀ। ਜੋ ਲਿਖਿਆ ਹੀ ਅਸੈਂਬਲੀ ਲੈਂਗੁਏਜ ਦਾ ਅਸੈਂਬਲਰ ਦੇ ਵਿੱਚ ਕੀ ਹੋਏਗਾ, ਕਨਵਰਟ ਕਰੇਗਾ। ਨੈਕਸਟ ਕੁਐਸਚਨ, 3-4 ਡਿਫਰੈਂਸ ਦੇ ਨਾਲ ਸਵਾਲ ਨੇ, ਧਿਆਨ ਨਾਲ ਤੁਹਾਨੂੰ ਸਾਰਾ ਕਨਸੈਪਟ ਕਲੀਅਰ ਹੋਊਗਾ, ਘਬਰਾਣਾ ਨਹੀਂ। ਆ ਸੌਫਟਵੇਅਰ ਵਿੱਚ ਕਨਵਰਟ ਹਾਈ ਲੈਵਲ ਲੈਂਗੁਏਜ, ਉੱਥੇ ਕੀ ਸੀਗਾ ਜੀ, ਦੇਖ ਲਓ ਧਿਆਨ ਨਾਲ, ਕੋਈ ਘਬਰਾਣਾ ਨਹੀਂ, ਨਾਰਮਲ ਪ੍ਰੋਗਰਾਮ ਹੈ, ਇੱਥੇ ਹਾਈ ਲੈਵਲ ਲੈਂਗੁਏਜ ਆ ਗਈ। ਇਟ ਮੀਨਸ ਥੋੜਾ ਉੱਪਰ ਤੱਕ ਵੱਧ ਗਏ ਤਾਂ ਅਸੈਂਬਲਰ ਤਾਂ ਬਿਲਕੁਲ ਨਹੀਂ ਆਏਗਾ, ਕਿ ਉਹ ਡੇਟਾ ਨੂੰ ਕੀ ਕੀਤਾ ਜਾਏਗਾ, ਕੰਪਾਈਲ ਕੀਤਾ ਜਾਏਗਾ। ਜੇ ਤੁਸੀਂ ਇੱਥੇ ਦੇਖੋਗੇ ਤਾਂ ਦੇਖ ਸਕਦੇ ਹੋ C++, C ਹੈ, ਸਕਾਲਾ, ਟਾਈਪਸਕ੍ਰਿਪਟ ਯੂਜ਼ਿਸ ਦੀ ਕੰਪਾਈਲਰ, PHP, ਪਾਈਥਨ, ਰੂਬੀ ਯੂਜ਼ਿਸ ਦੀ ਇੰਟਰਪ੍ਰੀਟਰ। ਹਰ ਇੱਕ ਪ੍ਰੋਗਰਾਮਿੰਗ ਦੇ ਅੰਦਰ ਕੀ ਹੈ ਜੀ, ਅਲੱਗ-ਅਲੱਗ ਕੰਪਾਈਲਰ, ਅਲੱਗ-ਅਲੱਗ ਇੰਟਰਪ੍ਰੀਟਰ ਯੂਜ਼ ਕੀਤੇ ਜਾਂਦੇ ਆ। ਬਟ ਜਦੋਂ ਆਪਾਂ ਹਾਈ ਲੈਵਲ ਦੀ ਗੱਲ ਕਰਦੇ ਹਾਂ, ਉੱਥੇ ਕੀ ਹੋਏਗਾ ਜੀ, ਕੰਪਾਈਲ ਕਰਾਂਗੇ ਡੇਟਾ, ਫਿਰ ਹੀ ਉਹ ਕਿਸੇ ਲੈਂਗੁਏਜ ਦੇ ਵਿੱਚ ਕਨਵਰਟ ਹੋਏਗਾ। ਇੱਥੋਂ ਤੱਕ ਕਨਸੈਪਟ ਕਲੀਅਰ ਹੈ ਜੀ ਸਾਰੇ ਬੱਚਿਆਂ ਨੂੰ, ਕੋਈ ਡਾਊਟ ਹੈ ਤਾਂ ਤੁਸੀਂ ਦੱਸ ਸਕਦੇ ਆ। ਤੀਸਰਾ ਸਵਾਲ ਇਸੇ ਕੈਟੇਗਰੀ ਦਾ, ਕਨਸੈਪਟ ਕੀ ਹੈ ਜੀ, ਕੰਪਾਈਲਰ ਤੇ ਇੰਟਰਪ੍ਰੀਟਰ ਨਾਲ ਅਸੈਂਬਲਰ। ਉਹ CIA ਦਾ ਕੁਐਸਚਨ ਵੀ ਸਿਕਿਉਰਿਟੀ ਦੇ ਵਿੱਚ ਪੁੱਛਿਆ ਗਿਆ ਇਸੇ ਸਾਲ, ਕੌਨਫੀਡੈਂਸ਼ੀਅਲਿਟੀ, ਇੰਟੈਗ੍ਰਿਟੀ, ਅਥਾਰਟੀ। ਇਹ ਜਿਹੜਾ ਸਾਈਬਰ ਸੈੱਲ ਦਾ ਜਿਹੜਾ CIA ਟਰਾਇਡ ਹੈ, ਇਹ ਵੀ ਪੇਪਰ ਦੇ ਵਿੱਚ ਪੁੱਛਿਆ ਗਿਆ ਜੀ। ਪੰਚਾਇਤ ਸੈਕਟਰੀ ਦਾ ਪੇਪਰ ਵੀ ਹੋਇਆ ਸੀ, ਕਾਂਸਟੇਬਲ ਵਾਲਾ ਪੇਪਰ ਵੀ ਹੋਇਆ ਸੀ, ਉਹਦੇ ਵਿੱਚ ਵੀ CIA ਦੇ ਅੰਦਰ ਸਵਾਲ ਪੁੱਛਿਆ ਗਿਆ। ਆ ਕੰਪਿਊਟਰ ਪ੍ਰੋਗਰਾਮ ਦੈਟ ਕਨਵਰਟ ਐਨ ਐਂਟਾਇਰ ਪ੍ਰੋਗਰਾਮ ਇਨਟੂ ਮਸ਼ੀਨ ਲੈਂਗੁਏਜ। ਕਿਹੜਾ ਜੀ ਪ੍ਰੋਗਰਾਮ, ਹੁਣ ਸਿਮੂਲੇਟਰ ਹੈ, ਕਮਾਂਡਰ ਹੈ, ਜਾਂ ਆਪਣੇ ਕੋਲ ਕੀ ਹੈ ਜੀ, ਕੰਪਾਈਲਰ ਹੀ ਹੈ, ਕਿ ਉਹ ਸਾਰਾ ਪ੍ਰੋਗਰਾਮ ਇੱਕੋ ਵਾਰ ਕੀ ਕਰ ਦਿੰਦਾ ਜੀ,
ਕਨਵਰਟ ਕਰ ਦੇਣਾ ਮਸ਼ੀਨ ਲੈਂਗੁਏਜ ਦੇ ਅੰਦਰ। ਹੋਪ ਤੁਹਾਨੂੰ ਸਾਰੇ ਸਵਾਲ ਸਾਰੇ ਜਿਹੜੀ ਵਰਡਿੰਗ ਆ ਉਹ ਅਲੱਗ-ਅਲੱਗ ਸੀਗੀ, ਤਾਂ ਉਸ ਵਰਡਿੰਗ ਦੇ ਤਹਿਤ ਤੁਹਾਨੂੰ ਸਾਰਾ ਕਨਸੈਪਟ ਕਲੀਅਰ ਹੋ ਗਿਆ ਹੋਗਾ। ਲੇਕਿਨ ਇਹਦੇ ਵਿੱਚ ਕੀ ਆਇਆ ਸੀ ਜੀ, ਇੱਕ ਸਿਮੂਲੇਟਰ ਵਰਡ ਆਇਆ ਸੀ, ਤਾਂ ਉਸ ਕਰਕੇ ਮੈਂ ਇੱਕ ਸਿਮੂਲੇਟਰ ਦੀ ਵੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖੀ ਹੈ। ਜਿਵੇਂ ਕਿ ਇੱਕ ਕਾਕਪਿਟ ਦੀ ਤਰ੍ਹਾਂ ਨਾਲ ਬਣਿਆ ਹੋਇਆ ਹੈ, ਇਹ ਸਾਹਮਣੇ ਪਾਇਲਟਸ ਨੂੰ ਇਹੀ ਨਜ਼ਰ ਆਉਂਦਾ ਕਿ ਸਾਡੇ ਸਾਹਮਣੇ ਕੀ ਹੈ ਜੀ, ਅਸੀਂ ਜਹਾਜ਼ ਨੂੰ ਉਡਾ ਰਹੇ ਹਾਂ। ਇਹ ਇੱਕ ਸਿਮੂਲੇਟਰ ਹੁੰਦਾ ਜਿਹਦੇ ਵਿੱਚ ਤੁਹਾਨੂੰ ਹੂਬਹੂ ਸੇਮ ਐਕਸਰਸਾਈਜ਼ ਕਰਵਾਈ ਜਾਂਦੀ ਹੈ ਕਿ ਤੁਸੀਂ ਕੋਈ ਵੀ ਤਰੀਕੇ ਨਾਲ ਕੋਈ ਗਲਤੀ ਨਾ ਕਰੋ ਐਟ ਦੀ ਟਾਈਮ ਆਫ ਫਲਾਈਂਗ। ਹਾਂਜੀ, ਲਾਸਟ ਕੁਐਸਚਨ ਜੀ ਇਸ ਕੈਟੇਗਰੀ ਦਾ। ਆ ਕੰਪਿਊਟਰ ਪ੍ਰੋਗਰਾਮ, ਪੰਜਵਾਂ ਸਵਾਲ ਅੱਜ ਦਾ, ਆ ਕੰਪਿਊਟਰ ਪ੍ਰੋਗਰਾਮ ਦੈਟ ਟਰਾਂਸਲੇਟਸ ਵਨ ਪ੍ਰੋਗਰਾਮ ਇੰਸਟਰਕਸ਼ਨ ਐਟ ਏ ਟਾਈਮ, ਜਿਹੜਾ ਇੱਕੋ ਵਾਰ ਇੱਕ ਸਮੇਂ ਤੇ ਇੱਕ ਲਾਈਨ ਲਏਗਾ। ਬਸ ਫਿਰ ਉਹਦੇ ਵਿੱਚ ਆਪਣੇ ਕੋਲ ਕੀ ਸੀਗਾ ਜੀ, ਇੰਟਰਪ੍ਰੇਟਰ ਸੀਗਾ ਕਿ ਜੋ ਇੱਕ ਲਾਈਨ ਨੂੰ ਦੇਖੇਗਾ, ਫਿਰ ਹੀ ਉਹ ਚੀਜ਼ਾਂ ਨੂੰ ਸਮਝੇਗਾ, ਫਿਰ ਹੀ ਉਹ ਚੀਜ਼ਾਂ ਨੂੰ ਦੱਸੇਗਾ। ਜਿਵੇਂ ਕਿ ਤੁਸੀਂ ਵੀ ਇੱਕ ਲਾਈਨ ਰੀਡ ਕਰੋਗੇ, ਇੱਕ ਆਪਸ਼ਨ ਰੀਡ ਕਰੋਗੇ, ਤੁਸੀਂ ਉਹਨੂੰ ਇੰਟਰਪ੍ਰੇਟ ਕਰ ਰਹੇ ਹੁੰਦੇ ਆ, ਜਾਂ ਆਪਾਂ ਪੈਰਾਗ੍ਰਾਫ ਦੇ ਹਿਸਾਬ ਨਾਲ ਕੀ ਕਹਿੰਦੇ ਆ ਜੀ ਕਿ ਆਪਾਂ ਇਹਨੂੰ ਕੰਪਰੀਹੈਂਡ ਕਰ ਰਹੇ ਹਾਂ, ਕੰਪਰੀਹੈਂਸ਼ਨ ਦਾ ਆਪਾਂ ਆਨਸਰ ਦੇ ਰਹੇ ਹਾਂ। ਹੁਣ ਕਈ ਬੱਚਿਆਂ ਨੂੰ ਪੈਰਾਗ੍ਰਾਫ ਦਿੱਤਾ ਹੁੰਦਾ, ਪੈਰਾਗ੍ਰਾਫ 'ਚ ਵੀ ਆਨਸਰ ਨਹੀਂ ਲੱਭਦਾ। ਕਿਉਂ ਨਹੀਂ ਲੱਭਦਾ? ਕਿਉਂਕਿ ਉਹ ਇੰਟਰਪ੍ਰੇਟ ਨਹੀਂ ਕਰ ਪਾ ਰਹੇ। ਇਸ ਕਰਕੇ ਜਿਹੜੀ ਤੁਹਾਡੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ, ਉਹ ਪ੍ਰੈਕਟਿਸ ਇਸੇ ਕਰਕੇ ਕਰਵਾਈ ਜਾ ਰਹੀ ਹੈ। ਮੈਂ ਹਰ ਕਲਾਸ 'ਚ ਕਹਿੰਦਾ ਆਪਾਂ ਇੱਥੇ ਪੜ੍ਹਨ ਲਈ ਆਏ ਹਾਂ, ਕੋਈ ਜੋਕ ਦੇ ਲਈ, ਕੋਈ ਹੋਰ ਮਿਸਚੀਵੀਅਸ ਐਕਟੀਵਿਟੀ ਲਈ ਨਹੀਂ ਆਏ, ਠੀਕ ਹੈ ਜੀ। ਤਾਂ ਇਸ ਕਰਕੇ ਆਪਾਂ ਸਿਰਫ ਐਗਜ਼ਾਮ ਓਰੀਐਂਟਡ ਪੜ੍ਹਨਾ ਹੈ, ਐਗਜ਼ਾਮ ਦੇ ਹਿਸਾਬ ਨਾਲ ਤਿਆਰੀ ਕਰਨੀ ਹੈ, ਵੱਧ ਤੋਂ ਵੱਧ ਕੁਐਸਚਨ ਕਰਨੇ ਆ, ਸੋ ਦੈਟ ਕਿ ਤੁਹਾਡਾ ਜਿਹੜਾ ਬ੍ਰੇਨ ਹੈ ਉਹ ਟ੍ਰੇਨਡ ਹੋ ਪਾਵੇ ਕਿ ਕਿੱਦਾਂ ਦੀ ਵਰਡਿੰਗ ਸਾਨੂੰ ਪੁੱਛੀ ਜਾਏਗੀ, ਕਿਸ ਤਰ੍ਹਾਂ ਦੀ ਆਪਸ਼ਨਸ ਪੁੱਛੀਆਂ ਜਾਣਗੀਆਂ। ਮੈਂ ਫਿਰ ਵੀ ਤੁਹਾਨੂੰ ਬੇਸਿਕਲੀ ਕਨਵਰਟ ਕਰਕੇ ਦੱਸਦਾ ਹੁੰਦਾ ਕਿ ਇਹ ਸਵਾਲ ਕੀ ਪੁੱਛਿਆ ਜਾ ਰਿਹਾ। ਉੱਥੇ ਸਿਰਫ ਇੰਗਲਿਸ਼ ਤੇ ਪੰਜਾਬੀ ਲਿਖੀ ਹੋਏਗੀ, ਤੁਸੀਂ ਖੁਦ ਪੜ੍ਹਨੀ ਹੈ। ਇੱਥੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਰਿਹਾ ਸਵਾਲ, ਤੇ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਕਨਵਰਟ ਕਰਕੇ ਦੱਸ ਰਿਹਾ। ਚਲੋ ਜੀ ਅੱਗੇ ਚੱਲਦੇ ਹਾਂ। A small or intelligent device is so called because it contains within it, ਆਪਾਂ ਕਿਉਂ ਕਹਿੰਦੇ ਹਾਂ ਕਿ ਉਹ ਇੰਟੈਲੀਜੈਂਟ ਡਿਵਾਈਸ ਹੈ, ਬਹੁਤ ਵਧੀਆ ਹੈ? ਕਿਉਂਕਿ ਕੰਪਿਊਟਰ ਹੈ ਜੀ, ਮਾਈਕਰੋ ਕੰਪਿਊਟਰ ਹੈ, ਪ੍ਰੋਗਰਾਮੇਬਲ ਹੈ ਜਾਂ ਸੈਂਸਰ ਹੈ? ਯੈਸ। ਤਾਂ ਉਹਦੇ ਵਿੱਚ ਕੀ ਹੈ ਜੀ ਕਿ ਸਮਾਰਟ ਹੈ, ਉਸੇ ਟਾਈਮ ਉਹਨੇ ਹੀਟ ਸੈਂਸ ਕਰ ਲਈ, ਜਿਵੇਂ ਏਸੀ ਹੈ, ਸਾਰੀ ਚੀਜ਼ਾਂ ਉਸ ਤਰੀਕੇ ਨਾਲ ਕਨਵਰਟ ਹੋ ਜਾਂਦੀਆਂ। ਤਾਂ ਉਹਦੇ ਵਿੱਚ ਕੀ ਆਏਗਾ, ਸੈਂਸਰ ਇੱਕ ਵਰਡਿੰਗ ਆਏਗੀ। ਜਿਵੇਂ ਕਿ ਆਪਾਂ ਇੱਥੇ ਵੀ ਫੁੱਲ ਫਾਰਮ ਦੀ ਐਗਜ਼ਾਮਪਲ ਵੀ ਆ ਸਕਦੀ ਹੈ। ਇਨੈਕ ਬਾਰੇ ਪੁੱਛਿਆ ਜਾ ਸਕਦਾ ਹੈ, ਏਡੀ ਸੈਕ ਬਾਰੇ ਪੁੱਛਿਆ ਜਾ ਸਕਦਾ ਹੈ, ਯੂਨੀਵੈਕ ਬਾਰੇ ਪੁੱਛਿਆ ਜਾ ਸਕਦਾ ਹੈ, ਸੀਰੀਜ਼ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਫਸਟ ਜਨਰੇਸ਼ਨ ਕੰਪਿਊਟਰ ਦੇ ਨਾਲ ਸੰਬੰਧਿਤ ਸੀਗਾ ਉਹ ਕਿਹੜਾ ਕੰਪਿਊਟਰ ਸੀ। ਕਿਉਂਕਿ 5 ਜਨਰੇਸ਼ਨ ਅੰਦਰ ਆਪਾਂ ਪੜ੍ਹਦੇ ਹਾਂ, ਫਸਟ ਹੈ, ਸੈਕਿੰਡ ਹੈ, ਥਰਡ ਤੱਕ ਦਾ ਟਰਾਂਜਿਸਟਰ, ਫੋਰਥ ਫਿਫਥ ਤੱਕ ਸਾਰਾ VLSI ਤੱਕ ਪੂਰਾ ਡਿਵੈਲਪ ਹੋ ਚੁੱਕਿਆ ਸੀਗਾ। ਤਾਂ ਉਸ ਦੇ ਬਾਰੇ ਵੀ ਆਪਾਂ ਨੂੰ ਸਵਾਲ ਪੁੱਛਿਆ ਜਾ ਸਕਦਾ। ਯੂਨੀਵੈਕ, ਇਨੈਕ, ਯੂਨੀਵੈਕ, ਜਿਹੜਾ ਆਪਾਂ ਈਡੀ ਸੈਕ ਹੈ, ਇਹ ਸਾਰੇ ਕੀ ਸਾਰੇ ਜਿਹੜੇ ਮੈਂ ਐਗਜ਼ਾਮਪਲ ਲਿਖੀ ਹੈ, ਇਹ ਸਾਰੇ ਦੇ ਸਾਰੇ ਫਸਟ ਜਨਰੇਸ਼ਨ ਦੇ ਕੰਪਿਊਟਰ ਨੇ, ਫਸਟ ਜਨਰੇਸ਼ਨ ਦੇ ਸਾਰੇ ਡਿਵਾਈਸਿਸ ਨੇ। ਇਸ ਤਰੀਕੇ ਨਾਲ ਵੀ ਤੁਸੀਂ ਸਮਝ ਸਕਦੇ। ਯੂਨੀਵਰਸਲ ਕੰਪਿਊਟਰ ਕਹਿੰਦੇ ਜੀ ਆਪਾਂ ਇਹਨੂੰ। ਆਹ ਵਾਲਾ ਜੀ, ਜੇ ਸਵਾਲ 5-6 ਆਪਾਂ ਕੀਤੇ ਆ ਜੀ, ਜੇ ਇਹ ਵਾਲੇ ਸਵਾਲ ਐਗਜ਼ਾਮੀਨਰ ਨਹੀਂ ਪੁੱਛੇ, ਮੈਂ ਇਹ ਵਰਡ ਬਾਰ-ਬਾਰ ਯੂਜ਼ ਕਰ ਰਿਹਾ, ਬਾਰ-ਬਾਰ ਲਾਈਨ ਤੁਹਾਨੂੰ ਹਰ ਇੱਕ ਕਲਾਸ ਦੱਸੀ ਹੈ, ਸਾਰਾ ਜਿੰਨਾ 5 ਕਲਾਸਾਂ 'ਚ ਨਹੀਂ ਪੁੱਛਿਆ ਕੋਈ ਗੱਲ ਨਹੀਂ, ਬਟ ਇੱਥੋਂ ਵੀ ਇਹ ਟੌਪਿਕ ਚੂਜ਼ ਕੀਤਾ ਜਾਂਦਾ। ਜਿਵੇਂ ਆਪਾਂ ਨੂੰ ਪਤਾ ਜੀ SSD ਦੇ ਵਿੱਚ 3-4 ਅਲੱਗ-ਅਲੱਗ ਭਾਗ ਨੇ ਜੀ। ਜਾਂ ਪਹਿਲਾਂ ਆਪਾਂ ਪੜ੍ਹਦੇ ਸੀ ਕਿ ਬਸ ਅਰਥ ਸ਼ਾਸਤਰ ਪੜ੍ਹਦੇ ਸੀ, ਠੀਕ ਹੈ ਜੀ, ਨਾਲ ਨਾਲ ਆਪਾਂ ਭੂਗੋਲ ਪੜ੍ਹ ਲੈਂਦੇ ਸੀ, ਠੀਕ ਹੈ ਜੀ, ਇਤਿਹਾਸ ਪੜ੍ਹ ਲੈਂਦੇ ਸੀ। ਤਾਂ ਉਸ ਤਰੀਕੇ ਨਾਲ ਹੀ ਆਪਾਂ ਬਾਅਦ ਵਿੱਚ ਸਵਿਕਸ ਪੜ੍ਹਨਾ ਸ਼ੁਰੂ ਕਰ ਗਏ, ਸਾਰੇ ਚੀਜ਼ਾਂ ਨੂੰ ਡਿਸਕਸ ਕਰਨਾ ਸ਼ੁਰੂ ਕੀਤਾ, ਪੋਲਿਟੀ ਆ ਗਈ, ਇਕਨੋਮੀ, ਸਾਰੀ ਚੀਜ਼ਾਂ ਅਲੱਗ-ਅਲੱਗ ਵੰਡੀਆਂ ਗਈਆਂ। ਲੇਕਿਨ ਹੁਣ ਇੱਥੇ ਆਪਾਂ ਕਹਿ ਦਿੰਦੇ ਸੀ ਵੀ ਸਰ ਇਹ ਸਵਾਲ ਗਾਹਾਂ ਪੁੱਛਿਆ ਜਾਊਗਾ, ਐਸੇ ਦੇ ਬਹੁਤ ਵੱਡੇ ਸਵਾਲ, ਬਹੁਤ ਵੱਡੇ ਚੈਪਟਰ। ਉਵੇਂ ਕੰਪਿਊਟਰ ਦੇ ਅੰਦਰ ਜੇ ਪਿਛਲਾ ਨਹੀਂ ਪੁੱਛਿਆਗਾ ਕੋਈ ਗੱਲ ਨਹੀਂ, ਇਹ ਸਵਾਲ ਕਈ ਐਗਜ਼ਾਮ ਦਾ ਪੈਟ ਕੁਐਸਚਨ ਹੈ ਜੀ। ਵੈਕਿਊਮ ਟਿਊਬ ਕਿੱਥੇ ਯੂਜ਼ ਕੀਤੀਆਂ ਗਈਆਂ, ਜਾਂ ਪਹਿਲੀ ਜਨਰੇਸ਼ਨ 'ਚ ਕੀ ਸੀ ਜੀ, ਥਰਡ ਜਨਰੇਸ਼ਨ 'ਚ ਕੀ ਸੀ, ਜਾਂ ਫੋਰਥ ਜਨਰੇਸ਼ਨ 'ਚ VLSI ਜਿਹੜੀ ਆਪਾਂ ਹੁਣ ਗੱਲ ਕੀਤੀ, ਫਿਫਥ ਦੇ ਵਿੱਚ ਕੀ ਆ ਚੁੱਕੀ ਹੈ ਜੀ, ULSI ਆ ਚੁੱਕੀ ਹੈ, ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ, ਜੋ ਆਪਾਂ ਪਿਛਲੀ ਕਲਾਸ ਦੇ ਵਿੱਚ ਵੀ ਗੱਲ ਕੀਤੀ ਹੈ। ਤੇ ਤੁਹਾਨੂੰ ਟਰਾਂਜਿਸਟਰ ਬਾਰੇ ਮੈਂ ਦੱਸਿਆ ਸੀ ਕਿ ਜੌਨ ਬਾਰਡੀ ਨੇ ਇਹ ਬਣਾਇਆ ਸੀਗਾ। ਜੇ ਤੁਸੀਂ ਸਾਇੰਸ ਦੇ ਨਾਲ ਸਟੂਡੈਂਟ ਨੇ ਤਾਂ ਉਹਦੇ ਵਿੱਚ ਆਪਾਂ ਇੱਕ ਡਾਇਓਡ ਵਰਡਿੰਗ ਪੜ੍ਹੀ ਸੀ, ਡਾਇਓਡ, PN ਡਾਇਓਡ, NP ਡਾਇਓਡ, ਜਿਹਨੂੰ ਆਪਾਂ ਸੈਮੀਕੰਡਕਟਰ ਨਾਲ ਡੋਪਿੰਗ ਦੇ ਤਰੀਕੇ ਨਾਲ ਯੂਜ਼ ਕੀਤਾ। ਉਸ ਤੋਂ ਬਾਅਦ ਹੀ NPN ਜਾਂ PNP ਕਰਕੇ ਟਰਾਂਜਿਸਟਰ ਬਣੇ, ਉਸੇ ਦੀ ਇਹ ਗੱਲ ਕਰ ਰਹੇ ਹੈ ਜੀ ਇੱਥੇ। ਇਹ ਸਾਰਾ ਥੋੜ੍ਹਾ ਜਿਹਾ ਸਾਇੰਸ ਦਾ ਕੰਸੈਪਟ ਹੈ ਜਿਹੜਾ ਇਹਦੇ ਅੰਦਰ ਹੈ, ਬਟ ਇਹ ਤੁਹਾਨੂੰ ਥੋੜ੍ਹਾ ਪਤਾ ਹੋਣਾ ਚਾਹੀਦਾ ਹੈ। ਚਲਿਏ ਜੀ ਅੱਗੇ।
ਅ ਕਲੈਕਸ਼ਨ ਆਫ 8 ਬਿਟ ਇਜ਼ ਕਾਲਡ 8 ਬਿਟ ਦੀ ਕਲੈਕਸ਼ਨ ਨੂੰ ਕੀ ਕਹਿੰਦੇ ਡੈਫੀਨੇਟਲੀ ਜੀ ਇੱਕ ਬਾਈਟ ਕਹਿੰਦੇ ਆ। ਇਹ ਵੀ ਉਸੇ ਪੈਟਰਨ 'ਚੋਂ ਆ ਗਿਆ ਜੀ। ਕੁਝ ਬੱਚੇ ਨਵੇਂ ਜੁੜੇ ਨੇ ਜੀ, ਉਹ ਪਿਛਲੀ ਕਲਾਸ ਵੀ ਗੋ ਥਰੂ ਕਰ ਲੈਣ। ਇਹ ਨਹੀਂ ਹੈਗਾ ਜੀ ਕਿ ਅੱਜ ਕਲਾਸ ਮਿਲੀ ਹੈ ਤਾਂ ਬਸ ਆਹੀ ਵਾਲੀ ਕਲਾਸ ਲਰਨ ਕਰਨੀ ਹੈ, ਕਿਉਂਕਿ ਹਰ ਇੱਕ ਕਲਾਸ ਦਾ ਰਿਦਮ ਅਲੱਗ-ਅਲੱਗ ਹੈ ਜੀ, ਹਰ ਇੱਕ ਕਲਾਸ ਦਾ ਕੰਟੈਂਟ ਅਲੱਗ-ਅਲੱਗ ਹੈ। ਕੋਈ ਵੀ ਕੁਐਸਚਨ ਰਿਪੀਟ ਨਹੀਂ ਹੋਏਗਾ। ਆਪਸ਼ਨ ਦਾ ਆਨਸਰ ਰਿਪੀਟ ਹੋ ਸਕਦਾ ਹੈ, ਬਟ ਜਿਹੜੀ ਉੱਪਰ ਵਾਲੀ ਵਰਡਿੰਗ ਹੈ ਉਹ ਹਰ ਇੱਕ ਕਲਾਸ ਦੀ ਅਲੱਗ-ਅਲੱਗ ਹੋਏਗੀ ਤੇ ਅਗਲੀਆਂ ਜਿਹੜੀਆਂ ਕਲਾਸਾਂ ਉਹਦੇ ਵਿੱਚ ਵੀ ਅਲੱਗ-ਅਲੱਗ ਰਹੇਗੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੇਮ ਕੁਐਸਚਨ ਦਾ ਕੋਈ ਤੁੱਕ ਵੀ ਨਹੀਂ ਬਣਦਾ। ਇਹ ਵਾਲਾ ਟੇਬਲ ਦੇਖੋ ਕਿਹਾ ਨਾ ਜੀ, ਇਹ ਵਾਲਾ ਟੇਬਲ ਦੇ ਰਿਗਾਰਡਿੰਗ ਹੀ ਆਪਾਂ ਨੂੰ ਸਵਾਲ ਪਿਛਲੀ ਕਲਾਸ ਦੇ ਵਿੱਚ ਉਸ ਨੂੰ ਪ੍ਰੈਕਟਿਸ ਕਰਵਾਇਆ। ਦ ਬ੍ਰੇਨ ਆਫ ਕੰਪਿਊਟਰ ਵਿਚ ਕੀਪਸ ਪੈਰੀਫਰਲ ਅੰਡਰ ਇਟਸ ਕੰਟਰੋਲ। ਕਿਹੜਾ ਬ੍ਰੇਨ ਜਿਹੜਾ ਕੰਪਿਊਟਰ ਦਾ ਬ੍ਰੇਨ ਹੈ ਜਾਂ ਕੰਪਿਊਟਰ ਦੇ ਵਿੱਚ ਕਿਹੜਾ ਇਹੋ ਜਿਹਾ ਪਾਰਟ ਹੁੰਦਾ ਜੋ ਪੈਰੀਫਰਲ ਨੂੰ ਕੰਟਰੋਲ ਕਰਦਾ। ਹੁਣ ਇਹਦੇ ਵਿੱਚ ਕੀ ਡਾਊਟ ਹੈ ਜੀ, ਜਿਹੜਾ ਪੈਰੀਫਰਲ ਹੈ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਲਾ ਦੁਆਲਾ ਕਹਿ ਲਓ ਜੀ, ਜਾਂ ਫਿਰ ਪੈਰੀਫਰਲ ਡਿਵਾਈਸਿਸ ਦਾ ਵੀ ਕੁਐਸਚਨ 2023 ਦੇ ਵਿੱਚ ਪੁੱਛਿਆ ਗਿਆ ਸਾਰੇ ਪੇਪਰਾਂ ਦੇ ਵਿੱਚ, ਜਾਂ ਫਿਰ ਐਗਜ਼ਾਮੀਨਰ ਇਨਪੁਟ ਆਊਟਪੁੱਟ ਡਿਵਾਈਸ ਤੋਂ ਵੀ ਕਾਫੀ ਵਾਰ ਇਹ ਸਵਾਲ ਪੁੱਛਦਾ ਹੈ ਕਿ ਇਨਪੁੱਟ ਡਿਵਾਈਸਿਸ ਕੀ ਨੇ, ਆਊਟਪੁੱਟ ਡਿਵਾਈਸਿਸ ਕੀ ਨੇ, ਤਾਂ ਇਹਦੇ ਵਿੱਚੋਂ ਕਿਹੜਾ ਨਹੀਂ ਹੈਗਾ ਜਾਂ ਕੌਣ ਕੰਟਰੋਲ ਕਰਦਾ। ਤਾਂ ਆਪਾਂ ਡੈਫੀਨੇਟਲੀ ਦੇਖ ਸਕਦੇ ਹਾਂ ਕਿ ਇਹ ਨਾਲ ਨਾਲ ਦੋ ਸਵਾਲ ਇਹਦੇ ਵਿੱਚ ਪੁੱਛ ਲਿੱਤੇ ਗਏ। ਨਾਲ CPU ਤਾਂ ਕਹਿ ਹੀ ਦਿੱਤਾ ਉਹਨਾਂ ਨੇ, ਨਾਲ ਉਹਦੀ ਐਬਰੀਵੇਸ਼ਨ ਵੀ ਆਪਾਂ ਨੂੰ ਪੁੱਛ ਲਿੱਤੀ ਗਈ ਇਸ ਦੇ ਵਿੱਚ ਫੁੱਲ ਫਾਰਮ ਦੇ ਅੰਦਰ। ਕਈ ਵਾਰ ਆਪਾਂ ਜਲਦੀ 'ਚ ਕੁਝ ਹੋਰ ਕਲਿੱਕ ਕਰ ਜਾਂਦੇ ਹਾਂ ਤਾਂ ਆਪਣੇ ਕੋਲ ਜਿਹੜਾ ਆਪਸ਼ਨ ਆਏਗੀ ਉਹ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੀ ਆਪਸ਼ਨ ਆਏਗੀ, ਜਿਹਨੂੰ ਆਪਾਂ CPU ਕਹਿੰਦੇ ਆ, ਬ੍ਰੇਨ ਕਹਿੰਦੇ ਆ ਜੀ ਕੰਪਿਊਟਰ ਦਾ। ਤੇ ਜਿਹੜੇ ਇਟਲੀ ਦੇ ਫਿਜ਼ਿਸਿਸਟ ਸੀਗੇ ਜੀ, ਜਿਹੜੇ ਫਿਜ਼ਿਕਸ ਦੇ ਅੰਦਰ ਕੰਮ ਕਰਦੇ ਨੇ, ਫੈਡਰੇਰਿਕੋ ਫੈਗਿਨ, ਉਹਨਾਂ ਨੇ ਕਮਰਸ਼ੀਅਲ CPU ਇਨਵੈਂਟ ਕੀਤਾ ਸੀ। ਬਾਅਦ ਵਿੱਚ ਇੰਟੈਲ ਨੇ 1971 ਦੇ ਅੰਦਰ ਇਹਨੂੰ ਲਾਂਚ ਕੀਤਾ। ਕੋਡ ਸੀ 4004, ਜਿਵੇਂ 8085 ਐਦਾਂ ਕਰਕੇ ਜਿਹੜੇ ਆਪਾਂ ਪ੍ਰੋਸੈਸਰ ਦੀ ਗੱਲ ਕਰਦੇ ਹਾਂ 8086 ਹੈ ਜਾਂ 5025, ਇਸ ਤਰੀਕੇ ਦੇ ਕੋਡਿੰਗ ਇਹਨਾਂ ਨੇ ਆਪਦੇ ਹਿਸਾਬ ਨਾਲ ਰੱਖੀ ਹੋਈ ਸੀ। ਹਾਂਜੀ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜੇ ਸਵਾਲ ਉੱਪਰ ਨਹੀਂ ਪੁੱਛਿਆ ਗਿਆ ਪ੍ਰੋਪਰਟੀ ਵਾਈਜ਼, ਉਹ ਨੀਚੇ ਪੁੱਛਿਆ ਗਿਆ। ਹੁਣ ਅਗਲੇ ਸਵਾਲ 'ਚ ਕੀ ਕੀਤਾ ਜੀ, ਇਹ ਵਾਲੀ ਆਪਸ਼ਨ ਉੱਪਰ ਲੈ ਗਏ। ਦੇਖੋ ਧਿਆਨ ਨਾਲ ਸੈਂਟਰਲ ਪ੍ਰੋਸੈਸਿੰਗ ਦੇ ਵਿੱਚ ਕੀ ਆਉਂਦਾ ਹੈ। ਤਾਂ ਇਸ ਕਰਕੇ ਮੈਂ ਸਮਝਾਉਣਾ ਤੁਹਾਨੂੰ ਹਰ ਵਾਰੀ ਕਿ ਕੁਐਸਚਨ ਜਾਂ ਸਵਾਲ ਇੰਪੋਰਟੈਂਟ ਨਹੀਂ ਹੈਗਾ, ਉਹ ਤਾਂ ਆਪਾਂ ਨੂੰ ਸਮਝ ਆਈ ਗਿਆ। ਜਿਹੜੇ ਉਹਦੇ ਆਪਸ਼ਨਾਂ ਨੇ 1 2 3 4, ਉਹਦੇ ਵਿੱਚੋਂ ਵੀ ਸਵਾਲ ਆ ਸਕਦਾ ਹੈ। ਇਹਦਾ ਵੀ ਤੁਸੀਂ ਧਿਆਨ ਰੱਖਣਾ ਹੈ ਜੀ ਕਿ CPU ਦਾ ਕੀ ਕੰਮ ਹੈ ਜੀ, ਇਨਪੁੱਟ ਕਰਨਾ ਜੀ, ਆਊਟਪੁੱਟ ਪ੍ਰੋਸੈਸਰ, ਇਨਪੁੱਟ ਆਊਟਪੁੱਟ ਪ੍ਰੋਸੈਸਰ ਬਰਾਊਜ਼ਰ ਦਾ ਕੰਮ ਹੈ ਜੀ, ਕੰਟਰੋਲ ਯੂਨਿਟ ਦਾ ਕੰਮ ਹੈ ਜੀ, ALU ਦਾ। ਇਹਦਾ ਕੁਐਸਚਨ ਵੀ ਪੇਪਰ ਦੇ ਵਿੱਚ ਆਇਆ ਗਿਆ ਕਿ ALU ਦੀ ਫੁੱਲ ਫਾਰਮ ਕੀ ਹੈ ਜਾਂ ਕੰਮ ਕੀ ਹੈ। ਪ੍ਰਾਇਮਰੀ ਸਟੋਰੇਜ, ਕੰਟਰੋਲ ਪ੍ਰੋਸੈਸਰ ਐਂਡ ਪ੍ਰਾਇਮਰੀ ਸਟੋਰੇਜ। ਹੁਣ ਜਦੋਂ ਆਪਾਂ ਮਿਕਸ ਕੁਐਸਚਨ ਕਰਦੇ ਹਾਂ ਉੱਥੋਂ ਕੀ ਹੁੰਦਾ ਜੀ, ਇਹਦਾ ਆਨਸਰ ਦਿਓ ਜੀ ਜਲਦੀ ਜਲਦੀ ਕਿ ਕਨਸੈਪਟ ਮੇਰਾ ਕਿਹੜਾ ਸਹੀ ਹੈ। ਮੇਰਾ ਮਤਲਬ ਤੁਸੀਂ, ਮੇਰਾ ਕਿਹੜਾ ਕਨਸੈਪਟ ਵੀਕ ਹੈ ਜੀ। ਤੇ ਮੈਂ ਸਰ ਦੀ ਕਲਾਸ ਤੋਂ ਬਾਅਦ ਜਾਂ ਹੋਰ ਤੁਸੀਂ ਮੇਰੀ ਕਲਾਸ ਵੀ ਲਗਾ ਰਹੇ ਹੋ, ਹੋਰ ਵੀ ਐਨ ਨੰਬਰ ਆਫ ਮੈਥਡ ਤੁਸੀਂ ਸਟੱਡੀ ਕਰ ਰਹੇ ਹੋਗੇ ਬੁੱਕਸ ਤੋਂ, YouTube ਤੋਂ, XYZ ਮਟੀਰੀਅਲ ਤੋਂ। ਉਸ ਤੋਂ ਬਾਅਦ ਕਿਹੜਾ ਕਨਸੈਪਟ ਵੀਕ ਹੈ, ਕਿਹੜਾ ਸਟਰੋਂਗ ਕਰਕੇ ਮੈਂ ਉਹਨੂੰ ਰਿਵਾਈਜ਼ ਕਰਨਾ ਤੇ ਦੁਬਾਰਾ ਆਪਦੇ ਆਪ ਨੂੰ ਕਹਿਣਾ ਕਿ ਹਾਂਜੀ ਸ਼ਾਬਾਸ਼, ਮੈਂ ਆ ਸਾਰਾ ਠੀਕ ਕਰ ਲਿਆ, ਹੁਣ ਮੈਂ ਸਾਰੀ ਚੀਜ਼ਾਂ ਸਹੀ ਕਰੂੰਗਾ। ਇਹ ਇੱਕ ਵਧੀਆ ਤਿਆਰੀ ਹੁੰਦੀ ਹੈ ਜਿਹਨੂੰ ਆਪਾਂ ਸੈਲਫ ਐਨਾਲਿਸਿਸ ਕਰਨਾ ਕਿ ਮੈਂ ਖੁਦ ਹੀ ਐਨਾਲਿਸਿਸ ਕਰਨਾ। ਉਦੋਂ ਪਹਿਲਾਂ ਤਾਂ ਜੀ ਜਦੋਂ ਅਸੀਂ ਟਾਈਮ ਤੇ ਪੜ੍ਹਦੇ ਸੀ ਉਦੋਂ ਤਾਂ ਕੋਈ ਦੱਸਦਾ ਨਹੀਂ ਹੁੰਦਾ ਸੀ, ਬਸ ਸਿਰਫ ਦੈਟ ਵਾਜ਼ ਦੀ ਸਟੱਡੀ ਕਿ ਖੁਦ ਕਰੋ ਤੇ ਖੁਦ ਐਗਜ਼ਾਮ ਕਲੀਅਰ ਕਰੋ, ਖੁਦ ਹੀ ਦੇਖੋ। ਹੁਣ ਤਾਂ ਬਹੁਤ ਸਾਰੀ ਮੈਂਟਰਸ਼ਿਪ ਪ੍ਰੋਗਰਾਮ ਨੇ, ਬਹੁਤ ਸਾਰਾ YouTube, ਬਹੁਤ ਸਾਰੀ XYZ ਆਪਣੇ ਕੋਲ ਪਲੇਟਫਾਰਮਸ ਅਵੇਲੇਬਲ ਨੇ। ਕੰਟਰੋਲ ਯੂਨਿਟ, ਅਰਥਮੈਟਿਕ ਲੌਜਿਕ ਯੂਨਿਟ ਐਂਡ ਦੀ ਪ੍ਰਾਇਮਰੀ ਸਟੋਰੇਜ, ਇਹ CPU ਦੇ ਕੰਮ ਨੇ। ਇਹ ਵਾਲਾ ਸਵਾਲ ਜਿਹੜਾ ਪੰਜਾਬ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ, ਫੁੱਲ ਫਾਰਮ ਜਿਵੇਂ ਤੁਹਾਨੂੰ ਦੱਸੀ ਕਿ ਇੱਕ ਐਬਰੀਵੇਸ਼ਨ ਜ਼ਰੂਰੀ ਪੁੱਛੀ ਜਾਂਦੀ ਹੈ। ਜਿਵੇਂ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ISP ਬਾਰੇ ਪੁੱਛਿਆ ਗਿਆ, ਇੰਟਰਨੈਟ ਸਰਵਿਸ ਪ੍ਰੋਵਾਈਡਰ, ਇਹ ਵੀ ਪੁੱਛਿਆ ਗਿਆ ਸਵਾਲ। ਹਾਂਜੀ, ਇੱਕ ਚੀਜ਼ ਹੋਰ ਜੀ, ਜੇ ਕੁਝ ਬੱਚਿਆਂ ਨੂੰ ਮੰਨ ਲਓ ਜਿਵੇਂ ਇੰਗਲਿਸ਼ ਦੇ ਵਿੱਚ ਇਹ ਆਪਾਂ ਨੂੰ ਦਿੱਤਾ ਗਿਆ, ਜੇ ਕਈ ਵਾਰ ਕਿਸੇ ਬੱਚਿਆਂ ਨੂੰ ਕੁਝ ਪ੍ਰੈਕਟਿਸ ਕਰਨ ਦੇ ਲਈ ਪੰਜਾਬੀ ਦੇ ਵਿੱਚ ਵੀ ਸਵਾਲ ਚਾਹੀਦੇ ਆ ਜਾਂ ਕੋਈ ਦਿੱਕਤ ਹੈ ਵੀ ਸਰ ਅਸੀਂ ਪੰਜਾਬੀ ਹੀ ਉਧਰਲੇ ਪਾਸੇ ਪਸੰਦ ਕਰਾਂਗੇ, ਤਾਂ ਉਹ ਕੋਈ ਬੱਚਾ ਹੈ ਨਾ ਉਸ ਤਰੀਕੇ ਨਾਲ ਵੀ ਰਿਪਲਾਈ ਕਰ ਸਕਦਾ। ਬਟ ਜਿਹੜਾ ਆਪਾਂ ਆਪਸ਼ਨ ਚੂਜ਼ ਕੀਤਾ ਇੱਥੇ ਇੰਗਲਿਸ਼ ਦਾ ਆਪਸ਼ਨ ਚੂਜ਼ ਕੀਤਾ ਹੋਇਆ, ਬਟ ਜਿਹੜੀ ਮੈਂ ਤੁਹਾਨੂੰ ਟਰਾਂਸਲੇਸ਼ਨ ਕਰਕੇ ਦੱਸ ਰਿਹਾ ਉਹ ਬੋਲ ਕੇ ਦੱਸ ਰਿਹਾ, ਠੀਕ ਹੈ। ਕਿਸੇ ਨੂੰ ਜੇ ਚਾਹੀਦਾ ਹੋਇਆ ਤਾਂ ਉਹ ਪਲੀਜ਼ ਦੱਸ ਦਿਓ, ਕੋਈ ਰਿਕੁਆਇਰਮੈਂਟ ਹੋਈ। ਅਦਰਵਾਈਜ਼ ਆਪਾਂ ਇਸੇ ਪੈਟਰਨ ਨਾਲ ਚੱਲ ਰਹੇ ਹਾਂ ਤਾਂ ਆਪਾਂ ਉਸ ਪੈਟਰਨ ਦੇ ਨਾਲ ਤੁਹਾਨੂੰ ਦੱਸ ਵੀ ਸਕਦੇ ਹਾਂ। ਹਾਂਜੀ, ALU ਆਫ ਏ ਕੰਪਿਊਟਰ ਰਿਸਪੌਂਡ ਟੂ ਦੀ ਕਮਾਂਡ, ਉਹ ਸਿਰਫ ਕੀ ਹੈ ਜੀ, ਇੱਥੇ ਨਹੀਂ ਆਪਾਂ ਪਲੇਟਫਾਰਮ ਉਸ ਤਰੀਕੇ ਨਾਲ ਹੀ ਰੱਖਾਂਗੇ। ਜਿਹੜੀ ਚੀਜ਼ ਪੜ੍ਹਾਈ ਜਾਊਗੀ ਉਹ ਤੁਹਾਨੂੰ PDF ਦੇ ਤੌਰ 'ਤੇ ਸ਼ੇਅਰ ਹੋ ਜਾਏਗੀ, ਤੁਸੀਂ ਉਹਨੂੰ ਪ੍ਰੈਕਟਿਸ ਕਰ ਲੈਣਾ।
ALU ऑफ ए कंप्यूटर रिस्पॉन्ड टू द कमांड कमिंग फ्रॉम प्राइमरी मैमरी है जी, कंट्रोल सैक्शन है, एक्सटर्नल है, ਜਾਂ कैशे मैमरी है। ਕਿਹੜਾ ਅਰਥਮੈਟਿਕ ਲੌਜਿਕ ਯੂਨਿਟ ਆ ਕੰਪਿਊਟਰ ਦੇ ਵਿੱਚ ਕਿਹਨੂੰ ਪਰਫਾਰਮ ਕਰਦਾ ਜਾਂ ਕਿਹਨੂੰ ਦੱਸਦਾ, ਸਾਰਿਆਂ ਨਾਲੋਂ ਪਹਿਲਾਂ ਉਹ ਕੰਟਰੋਲ ਦੇ ਪਾਸੇ ਜਾਏਗਾ, ਕਿਹੜੀ ਚੀਜ਼ ਕੰਟਰੋਲ ਕਰਨੀ ਹੈ, ਕਿਹਨੂੰ ਪਲੇ ਕਰਨਾ ਹੈ, ਕਿਹਦੇ ਲਈ ਮੈਮਰੀ ਐਲੋਕੇਟ ਕਰਵਾਉਣੀ ਹੈ। ਹਾਂਜੀ, ਹੁਣ ਜਿਹੜੇ ਕੁਐਸਚਨ ਨੇ ਜਿਵੇਂ ਆਪਾਂ 5ਵੀਂ ਕਲਾਸ ਦੇ ਵਿੱਚ ਵੀ ਕੀਤਾ, ਕੀ ਕੀਤਾ ਜੀ ਕਿ ਆਪਾਂ ਕੁਝ ਕਟਿੰਗ ਲਿੱਤੀਆਂ ਗਈਆਂ ਸਵਾਲਾਂ ਦੀਆਂ ਜੋ ਤੁਹਾਨੂੰ ਐਕਚੁਅਲ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਸਵਾਲਾਂ ਦੇ ਅੰਦਰ। ਤਾਂ ਇਹ ਕੁਝ ਉਹ ਸੀ ਜਿਹੜੇ ਪਿਛਲੇ ਕੁਝ ਐਗਜ਼ਾਮ ਦੇ ਵਿੱਚ ਟਾਈਪ ਕੀਤਾ, ਆਹ ਵਾਲੇ ਉਹ ਸਵਾਲ ਨੇ ਜਿਹੜੇ ਐਗਜ਼ਾਮ ਦੇ ਵਿੱਚੋਂ ਹੂਬਹੂ ਸੇਮ ਕੱਟ ਕੇ ਤੁਹਾਡੇ ਸਾਹਮਣੇ ਨੇ। CD ROM ਜੀ ਸੈਕੰਡਰੀ ਮੈਮਰੀ ਦਾ ਪਾਰਟ ਹੈ, ਮੈਗਨੈਟਿਕ ਮੈਮਰੀ ਹੈ ਜਾਂ ਮੈਮਰੀ ਰਜਿਸਟਰ ਹੈ ਜਾਂ ਸੈਮੀਕੰਡਕਟਰ ਮੈਮਰੀ ਹੈ। ਹਾਂਜੀ, ਇਹਦੇ ਵਿੱਚ ਕੀ ਆਪਸ਼ਨ ਤੁਸੀਂ ਮੰਨਦੇ ਹੋ ਕਿ ਕਿਹੜੀ ਆਪਸ਼ਨ ਸਹੀ ਹੈ? ਕਿਉਂਕਿ ABCD ਆਪਸ਼ਨ ਤੁਹਾਨੂੰ ਦਿੱਤੀ ਹੋਈ ਹੁੰਦੀ ਹੈ, ਉਸੇ ਆਪਸ਼ਨ ਦੇ ਹਿਸਾਬ ਨਾਲ ਤੁਸੀਂ ਕਲਿੱਕ ਕਰਕੇ ਜਾਂ ਆਪਸ਼ਨ ਦੱਬ ਕੇ ਦੱਸਣਾ। ਯਾ ਸਟੂਡੈਂਟਸ, ਜਿਵੇਂ ਦੱਸਿਆ ਤੁਹਾਨੂੰ ਕਿ ਆਪਸ਼ਨ ਦੇ ਹਿਸਾਬ ਨਾਲ ਆਪਾਂ ਦੱਸਣਾ ਕਿ ਜਿਹੜਾ CD ROM ਹੈ ਸੈਕੰਡਰੀ ਮੈਮਰੀ ਹੈ, ਮੈਗਨੈਟਿਕ ਹੈ, ਮੈਮਰੀ ਰਜਿਸਟਰ ਹੈ, ਸੈਮੀਕੰਡਕਟਰ ਮੈਮਰੀ ਹੈ। ਤਾਂ ਇਹਦੇ ਵੀ ਅਲੱਗ-ਅਲੱਗ ਜਿਵੇਂ ਦੱਸਿਆ ਆਪਸ਼ਨ ਹੈ, ਇਹ ਤੋਂ ਵੀ ਸਵਾਲ ਪੁੱਛਿਆ ਗਿਆ ਜੀ। ਆਪਾਂ 5ਵੀਂ ਕਲਾਸ ਦੇ ਵੀ ਦੇਖਿਆ, ਸੈਮੀਕੰਡਕਟਰ ਦੇ ਉੱਪਰ ਵੀ ਕੁਐਸਚਨ ਸੀਗਾ, ਮੈਮਰੀ ਰਜਿਸਟਰ ਦੇ ਉੱਪਰ ਵੀ ਜਿਵੇਂ MAR ਦੇ ਰਿਗਾਰਡਿੰਗ ਪੁੱਛਿਆ ਗਿਆ, IR ਦੇ ਰਿਗਾਰਡਿੰਗ ਪੁੱਛਿਆ ਗਿਆ। ਮੈਗਨੈਟਿਕ ਮੈਮਰੀ ਵੀ ਪੁੱਛਿਆ ਜਾਂਦਾ ਕਿ CD ਕੀ ਹੈ ਜੀ, ਕੱਲੀ CD ਜਾਂ DVD ਜਾਂ ਜਿਹੜੀ USB ਡਰਾਈਵ ਹੈ। ਪਰ ਜਿਹੜੀ ਆਪਾਂ CD ROM ਨੂੰ ਕਹਿ ਦਿੰਦੇ ਹਾਂ ਕੰਪੈਕਟ ਡਿਸਕ ਰੀਡ ਓਨਲੀ ਮੈਮਰੀ, ਇਹ ਜਿਹੜਾ ਪਾਰਟ ਹੈ ਜੀ ਸੈਕੰਡਰੀ ਮੈਮਰੀ ਦਾ ਪਾਰਟ ਹੈ। ਇਸ ਕਰਕੇ ਸੁਣ ਮੈਂ ਸਾਰੀਆਂ ਕਲਾਸਾਂ ਦੇ ਵਿੱਚ ਬਾਰ-ਬਾਰ ਰਿਪੀਟ ਕਰੂੰਗਾ ਜੀ, ਫਿਰ ਹੀ ਉਹ ਦਿਮਾਗ ਦੇ ਉੱਪਰ ਜਾ ਕੇ ਚਿਪਕੇਗੀ ਗੱਲ ਕਿ ਆਪਸ਼ਨਾਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ, ਕਿਉਂਕਿ ਆਪਸ਼ਨਾਂ ਤੋਂ ਵੀ ਸਵਾਲ ਦੁਬਾਰਾ ਪੁੱਛ ਸਕਦਾ ਹੈ ਜੀ ਐਗਜ਼ਾਮੀਨਰ। WAP ਸਟੈਂਡਸ ਫॉर ਵਾਇਰਲੈਸ ਐਡੀਸ਼ਨ ਪ੍ਰੋਟੋਕੋਲ, ਵਾਇਰਲੈਸ ਆਟੋਮੇਸ਼ਨ ਪ੍ਰੋਟੋਕੋਲ, ਵਾਇਰਲੈਸ ਅਡੈਪਟੇਸ਼ਨ ਪ੍ਰੋਟੋਕੋਲ ਜਾਂ ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕੋਲ। ਇਹਦੇ ਵਿੱਚ ਕੀ ਆਪਸ਼ਨ ਤੁਹਾਡੇ ਕੋਲ ਆ ਸਕਦੀ ਹੈ? ਦੇਖੋ ਜੀ, ਹਾਂਜੀ, ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਲੱਗ-ਅਲੱਗ ਤਰੀਕੇ ਨਾਲ ਆਪਾਂ ਨੂੰ ਇਹ ਚੀਜ਼ ਪੁੱਛੀ ਜਾਂਦੀ ਹੈ। ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਹੜੀਆਂ ਵੀ ਫੁੱਲ ਫਾਰਮ ਆਪਣੇ ਕੋਲ ਨੇ ਉਹ ਸਾਰੀਆਂ ਇੰਪੋਰਟੈਂਟ ਨੇ, ਚਾਹੇ ਉਹ ਵਾਈਫਾਈ ਦੀ ਹੈ ਜਿਵੇਂ ਵਾਇਰਲੈਸ ਫਿਡੈਲਿਟੀ ਆਪਾਂ ਉਹਨੂੰ ਕਹਿ ਦਿੰਦੇ ਹਾਂ, ਜਾਂ IMAP ਦੀ ਫੁੱਲ ਫਾਰਮ ਵੀ ਪੇਪਰ ਦੇ ਵਿੱਚ ਪੁੱਛੇਗੀ। ਇਸ ਨੂੰ ਦੇਖ ਕੇ ਕੁਝ ਵੀ ਪੁੱਛਿਆ ਜਾ ਸਕਦਾ ਹੈ ਅਤੇ ਨਾਲ ਪੁੱਛਿਆ ਵੀ ਗਿਆ, ਅਲੱਗ-ਅਲੱਗ ਸਵਾਲ ਆਉਣਗੇ। ਤੁਸੀਂ ਕਹੋਗੇ ਸਰ ਤੁਸੀਂ ਇੱਦਾਂ ਨਾਲ ਦੀ ਨਾਲ ਕਿਵੇਂ ਦੱਸਤਾ? ਇਹ ਸਾਰਾ ਇਸ ਦੇ ਨਾਲ ਹੀ ਕਮਿਊਨੀਕੇਸ਼ਨ ਦਾ, ਇੰਟਰਨੈਟ ਪ੍ਰੋਟੋਕੋਲ ਦਾ, IP ਐਡਰੈਸ ਦਾ ਬਹੁਤ ਵਾਰ ਪੁੱਛਿਆ ਗਿਆ ਜੀ, IP ਐਡਰੈਸ ਦਾ ਫਾਰਮੈਟ ਬਹੁਤ ਵਾਰ ਪੁੱਛਿਆ ਗਿਆ। ਤਾਂ ਆਪਣੇ ਕੋਲ ਜੀ ਵਾਇਰਲੈਸ ਐਪਲੀਕੇਸ਼ਨ ਪ੍ਰੋਟੋਕੋਲ ਇਜ਼ ਦੀ ਰਾਈਟ ਆਨਸਰ। ਹਾਂਜੀ, ਬਲੂਟੂਥ ਟੈਕਨੋਲੋਜੀ ਕੀ ਅਲਾਓ ਕਰਦੀ ਹੈ ਜੀ? ਫਾਈਲ ਨੂੰ 10 ਕਿਲੋਮੀਟਰ ਦੀ ਰੇਂਜ ਤੱਕ ਭੇਜਣਾ, ਈਮੇਲ ਭੇਜਣਾ, ਵਾਇਰਲੈਸ ਕਨੈਕਸ਼ਨ ਹੈ ਜੀ, ਜਾਂ ਡਾਊਨਲੋਡਿੰਗ ਆਫ ਮੂਵੀਜ਼ ਫਰੋਮ ਦੀ ਇੰਟਰਨੈਟ। ਕੀ ਆਪਸ਼ਨ ਹੋ ਸਕਦੀ ਹੈ ਇਹ ਤੁਸੀਂ ਦੱਸ ਸਕਦੇ। ਤਾਂ ਇਹਦੇ ਵਿੱਚ ਜਿਹੜੀ ਆਪਣੇ ਕੋਲ ਆਪਸ਼ਨ ਹੈ ਇਕੁਇਪਮੈਂਟ ਓਵਰ ਦੀ, ਆਪਣੇ ਕੋਲ ਕੀ ਹੈ ਜੀ ਛੋਟੇ ਡਿਸਟੈਂਸ ਤੱਕ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਵਿਚ ਵਨ ਅਮੰਗ ਆਫ ਦੀ ਫੋਲੋਇੰਗ ਨੋਟ, ਇਹ ਮੈਂ ਤੁਹਾਨੂੰ 5ਵੀਂ ਕਲਾਸ ਦੇ ਵਿੱਚ ਦੱਸਿਆ ਸੀ ਕਿ ਨੋਟ ਵਾਲਾ ਕੁਐਸਚਨ ਵੀ ਟ੍ਰੈਂਡ 'ਚ ਹੈ। ਕੁਝ ਬੱਚੇ ਨਵੇਂ ਯੂਜ਼ਰ ਜੁੜੇ ਹੋਣਗੇ, ਉਹ ਤੁਸੀਂ ਧਿਆਨ ਨਾਲ ਦੇਖੋ ਜੀ। ਜਿਹੜਾ ਪਹਿਲਾ ਆਪਸ਼ਨ ਹੈ, ਦੂਸਰਾ, ਤੀਸਰਾ। ਪਹਿਲਾਂ ਮੈਂ ਤੁਹਾਨੂੰ ਕੀ ਦੱਸਿਆ ਜੀ ਕਿ ਆਪਾਂ ਜਿਹੜੇ ਕਰ ਰਹੇ ਹਾਂ ਟ੍ਰੈਂਡਿੰਗ ਦੇ ਵਿੱਚ ਕੁਐਸਚਨ ਕਰ ਰਹੇ ਹਾਂ ਅਤੇ ਨਾਲ ਇੰਪੋਰਟੈਂਟ ਕੁਐਸਚਨ ਕਰ ਰਹੇ ਹਾਂ। ਉਹ ਕੀ ਹੈ ਜੀ, ਕਰੰਟ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਜਾਂ ਜੋ ਪ੍ਰੋਬਲਮਸ ਆ ਉਹਨਾਂ ਦੇ ਰਿਗਾਰਡਿੰਗ ਸਵਾਲ ਪੁੱਛਦੇ ਆ, ਐਸਰਸ਼ਨ ਰੀਜ਼ਨਿੰਗ ਦੇ ਰਿਗਾਰਡਿੰਗ ਸਵਾਲ ਪੁੱਛ ਰਹੇ ਨੇ ਅਤੇ ਨੋਟ ਵਾਲੇ ਸਵਾਲ ਪੁੱਛ ਰਹੇ ਨੇ। ਅਤੇ ਜਿਹੜਾ ਹੋਰ ਇੰਪੋਰਟੈਂਟ ਜਿਹੜਾ ਇੱਕ ਹੋਰ ਟ੍ਰੈਂਡ ਇਹਨਾਂ ਨੇ ਨਾਲ ਲਗਾਇਆ ਕਿ ਫਿਲ ਅਪ ਦੀ ਬਲੈਂਕਸ, ਜਿਵੇਂ ਆਪਾਂ ਪਹਿਲਾਂ ਛੋਟੀਆਂ ਕਲਾਸਾਂ ਦਾ ਵੀ ਦੇਖਦੇ ਸੀ, ਫਿਲ ਇਨ ਦੀ ਬਲੈਂਕਸ ਹੁੰਦਾ ਸੀ, ਇੱਕ ਕੁਛ ਪੁੱਛਿਆ ਜਾਂਦਾ ਸੀ। ਆਪਾਂ ISMR ਜਾਂ ਆਰਟੀਕਲ ਵਗੈਰਾ ਇੰਗਲਿਸ਼ ਦੇ ਵਿੱਚ ਦੇਖਦੇ ਸੀ, ਹਿੰਦੀ ਦੇ ਵਿੱਚ ਵੀ ਸੀ, ਪੰਜਾਬੀ ਦੇ ਵਿੱਚ ਵੀ ਅਲੱਗ-ਅਲੱਗ ਪੁੱਛਿਆ ਜਾ ਰਿਹਾ ਸੀ। ਉਵੇਂ ਸਿੰਗਲ ਫਿਲ ਇਨ ਦੀ ਬਲੈਂਕਸ ਵੀ ਪੁੱਛੀ ਜਾ ਰਹੀ ਹੈ ਪੰਜਾਬ ਦੇ ਪੇਪਰਾਂ 'ਚ, ਅਤੇ ਡਬਲ ਫਿਲ ਇਨ ਦੀ ਬਲੈਂਕਸ ਵੀ ਪੇਪਰਾਂ ਦੇ ਵਿੱਚ ਪੁੱਛੀ ਜਾ ਰਹੀ ਹੈ। ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇਹਨਾਂ ਦੇ ਵਿੱਚ ਪੁੱਛਿਆ ਕਿ ਕੰਪਿਊਟਰ ਦਾ ਕਿਹੜਾ ਕੰਮ ਨਹੀਂ ਹੈਗਾ, ਕੀ ਕੰਮ ਕੰਪਿਊਟਰ ਨਹੀਂ ਕਰਦਾ? ਇਨਪੁਟ ਨਹੀਂ ਕਰਦਾ ਜੀ, ਸਟੋਰ ਨਹੀਂ ਕਰਦਾ, ਅਸੈਪਟ ਜਾਂ ਪ੍ਰੋਸੈਸ ਨਹੀਂ ਕਰਦਾ, ਜਾਂ ਸਕੈਨ ਨਹੀਂ ਕਰਦਾ। ਬੇਸਿਕ ਫੰਕਸ਼ਨ ਨਾਲ ਪੁੱਛਿਆ ਗਿਆ ਕਿ ਜਿਹੜਾ ਕੰਪਿਊਟਰ ਦਾ ਕੰਮ ਹੈ ਉਹ ਕੀ ਨਹੀਂ, ਅਸੈਪਟ ਤੇ ਪ੍ਰੋਸੈਸ ਵੀ ਕਰੇਗਾ ਜੀ, ਜਿਹੜਾ ਡੇਟਾ ਸਟੋਰ ਹੋਏਗਾ ਜੀ ਉਹ ਕਾਹ 'ਚ ਹੋਏਗਾ ਜੀ, ਹਾਰਡ ਡਿਸਕ 'ਚ ਹੋਏਗਾ ਜੀ, ਜਾਂ USB 'ਚ ਹੋਏਗਾ, ਜਿਹੜਾ ਟੈਕਸਟ ਕਰੇਗਾ ਉਹ ਸਕੈਨਰ ਕਰੇਗਾ। ਨੋਟ ਪੁੱਛਿਆ ਗਿਆ ਕਿ ਇਨਪੁਟ ਵੀ ਉੱਥੇ ਅਸੈਪਟ ਕਰੇਗਾ, ਅਤੇ ਜਿਹੜਾ ਸਟੋਰੇਜ ਹੋਊਗੀ ਉਹਦੇ ਨਾਲ ਹੋਊਗੀ, ਜਾਂ ਸਕੈਨ, ਕਿਉਂਕਿ ਇਹ ਦੋਨੇ ਆਪਸ਼ਨਾਂ ਠੀਕ ਨੇ। B ਅਤੇ C ਦੇ ਵੀ ਦੱਸੋ, ਤਾਂ ਹੀ ਇਹ ਕਨਫਿਊਜ਼ਿੰਗ ਜਿਹੜੀ ਆਪਸ਼ਨ ਹੈ ਆਪਣੇ ਕੋਲ ਹਮੇਸ਼ਾ ਇਹ ਰਹਿੰਦੀ ਹੈ। ਇਸੇ ਕਰਕੇ ਉਹ ਤੁਹਾਨੂੰ ਦੱਸਿਆ ਕਿ ਆਪਸ਼ਨਾਂ ਨੂੰ ਓਮਿਟ ਆਊਟ ਕਰਨਾ, ਗਲਤ ਕਰਨਾ, ਜਾਂ ਕਿ ਕਿਹੜੀ
ਆਏਗੀ ਕਿਹੜੀ ਨਹੀਂ ਆਏਗੀ, ਉਹ ਚੀਜ਼ਾਂ ਆਪਾਂ ਨਾਲ ਇਹ ਦੇਖਣੀਆਂ ਹੁੰਦੀਆਂ। ਤਾਂ ਆਪਣੇ ਕੋਲ ਜਿਹੜਾ ਸਕੈਨਿੰਗ ਵਾਲੀ ਜਿਹੜੀ ਆਪਸ਼ਨ ਹੈ ਉਹ ਆਪਣੀ ਸਕੈਨਰ ਦੇ ਕੋਲ ਰਹਿੰਦੀ ਹੈ, ਬਾਕੀ ਸਾਰਾ ਕੰਮ ਕੰਪਿਊਟਰ ਦਾ ਹੈ ਜੀ। ਵਿਚ ਆਫ ਦੀ ਫੋਲੋਇੰਗ ਇਜ਼ ਹਾਰਡਵੇਅਰ, ਦੇਖੋ ਜੀ ਇਹਦੇ ਵਿੱਚ ਹੁਣ ਆਪਾਂ ਪੋਜ਼ਿਟਿਵ ਪੁੱਛ ਲਿਆ ਤੇ ਨੰਬਰਿੰਗ ਤੁਸੀਂ ਦੇਖੋ 104 ਤੇ ਨੋਟ ਵਾਲਾ ਪੁੱਛਿਆ ਸੀਗਾ ਘਮਾਉਣ ਵਾਸਤੇ, ਇੱਥੇ ਯੈਸ ਵਾਲਾ ਪੁੱਛ ਲਿਆ, ਕਿਉਂਕਿ ਐਗਜ਼ਾਮ ਦੇ ਵਿੱਚ ਪ੍ਰੈਸ਼ਰ ਬਹੁਤ ਹੁੰਦਾ ਐਗਜ਼ਾਮ ਦੇ ਵਿੱਚ ਕਿ ਕਲੀਅਰ ਕਰਨਾ ਹੈ, ਬਹੁਤ ਸਾਰੀ ਚੀਜ਼ਾਂ ਪੜ੍ਹ ਨਹੀਂ ਪਾ ਰਹੇ। ਜਾਂ ਆਪਾਂ ਤੁਹਾਨੂੰ ਦੱਸਿਆ ਕਿ ਇੱਥੇ ਮੈਂ ਤੁਹਾਡੇ ਲਈ ਇੰਗਲਿਸ਼ ਵੀ ਬੋਲ ਰਿਹਾ, ਜਿਹੜਾ ਸਟੇਟਮੈਂਟ ਦੱਸ ਰਹੇ ਨਾਲ ਤੁਹਾਨੂੰ ਪੰਜਾਬੀ 'ਚ ਕੰਪਰੀਹੈਂਡ ਕਰਕੇ ਵੀ ਦੱਸ ਰਹੇ ਕਿ ਇਹ ਹੋ ਸਕਦਾ ਨਹੀਂ ਹੋ ਸਕਦਾ, ਤੁਹਾਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਦੱਸੋ ਜਿਹਦਾ ਕੀ ਬਣੇਗਾ, ਉੱਥੇ ਕੋਈ ਨਹੀਂ ਪੁੱਛੇਗਾ, ਉੱਥੇ ਤੁਸੀਂ ਲਾ ਕੇ ਗਾਂਹ ਵਧਣਾ। ਇਹਦੇ ਵਿੱਚੋਂ ਕਿਹੜਾ ਹਾਰਡਵੇਅਰ ਹੈ ਜੀ, ਹੁਣ ਆਪਰੇਟਿੰਗ ਸਿਸਟਮ ਹੈ ਜੀ, ਇਹ ਤਾਂ ਪਤਾ ਜੀ ਫਰਮਵੇਅਰ ਦਾ ਪਾਰਟ ਹੈ ਜਾਂ ਕਿਵੇਂ ਹੈ, ਪ੍ਰਿੰਟਰ ਡਰਾਈਵਰ ਹੈ ਜੀ, ਕੰਟਰੋਲ ਯੂਨਿਟ ਹੈ ਜਾਂ ਪਾਵਰ ਪੁਆਇੰਟ ਹੈ। ਇਹਨਾਂ ਦੇ ਵਿੱਚੋਂ ਕਿਹੜਾ ਹਾਰਡਵੇਅਰ ਦਾ ਪਾਰਟ ਹੈ ਜਾਂ ਫੋਲੋਇੰਗ ਇਜ਼ ਹਾਰਡਵੇਅਰ ਦੇ ਵਿੱਚ ਗਿਣਿਆ ਜਾਂਦਾ ਹੈ। ਡਰਾਈਵਰ ਵੀ ਆਪਾਂ ਸੌਫਟਵੇਅਰ 'ਚ ਕਾਊਂਟ ਕਰਦੇ ਹਾਂ, ਜਿਹੜਾ ਕੰਟਰੋਲ ਯੂਨਿਟ ਹੈ ਉਹ ਆਪਣਾ CPU ਦਾ ਪਾਰਟ ਹੈ, ਪਾਵਰ ਪੁਆਇੰਟ ਦਾ ਆਪਣੀ ਆਪਸ਼ਨ ਆ ਜਾਂਦੀ ਹੈ, ਆਪਰੇਟਿੰਗ ਸਿਸਟਮ ਵੀ ਫਰਮਵੇਅਰ ਹੈ, ਜਿਹੜਾ CPU ਹੈ ਉਹ ਆਪਣਾ ਹਾਰਡਵੇਅਰ ਦਾ ਪਾਰਟ ਆ ਜਾਂਦਾ, CPU ਦਾ ਪਾਰਟ ਆ ਜਾਂਦਾ। ਆਪਰੇਟਿੰਗ ਸਿਸਟਮ ਆਪਾਂ ਜਿਹੜਾ ਬਾਇਓਸ ਯੂਜ਼ ਕਰਦੇ ਹਾਂ ਉਹ ਫਰਮਵੇਅਰ ਦੇ ਅੰਦਰ ਯੂਜ਼ ਕਰਦੇ ਹਾਂ। ਤੇ ਜਿਹੜਾ ਅਗਲਾ ਸਵਾਲ ਹੈ ਜੀ, ਇਹ ਵਾਲਾ ਜਿਹੜਾ ਸਵਾਲ ਹੈ ਇਹ ਤੁਹਾਡੇ ਲਈ ਘਰ ਵਾਸਤੇ ਹੈ, ਸੋ ਦੈਟ ਕਿ ਜਿਹੜੀ ਆਪਣੀ 7th ਕਲਾਸ ਹੋਊਗੀ ਉਹਦੇ ਵਿੱਚ ਆਪਾਂ ਇਹਨੂੰ ਡਿਸਕਸ ਕਰਾਂਗੇ। ਤਾਂ ਇਹ ਵਾਲਾ ਸਵਾਲ ਤੁਹਾਡੇ ਲਈ ਮੈਂ ਰੀਡ ਕਰ ਦਿੰਦਾ ਜੀ। ਡਿਵਾਈਸ ਜਿਹੜਾ ਵਰਕ ਕਰ ਰਿਹਾ ਕੰਪਿਊਟਰ ਸਿਸਟਮ ਤੇ ਐਜ਼ ਸੂਨ ਐਜ਼ ਦੇ ਆਰ ਕਨੈਕਟਡ, ਜਦੋਂ ਉਹ ਕਨੈਕਟ ਹੋ ਗਏ ਉਦੋਂ ਕੀ ਆਪਸ਼ਨ ਆਏਗੀ, ਹੌਟ ਸਵੈਪਿੰਗ ਦੀ ਆਪਸ਼ਨ ਆਏਗੀ, ਵੇ ਸਵੈਪ ਦੀ ਆਪਸ਼ਨ ਆਏਗੀ, ਪਲੱਗ ਐਂਡ ਪਲੇ ਆਏਗਾ ਜਾਂ USB ਸਵੈਪਿੰਗ ਆਏਗੀ। ਹੁਣ ਦੇਖੋ ਜੀ ਜਿੰਨੀਆਂ ਵੀ ਕਲਾਸਿਸ ਆਪਣੀਆਂ ਹੋਈਆਂ ਨੇ ਇਸ ਹਫਤੇ ਦੇ ਅੰਦਰ ਆਪਾਂ ਇਸ ਹਫਤੇ ਦੇ ਅੰਦਰ 2 ਕਲਾਸਿਸ ਤੁਹਾਡੇ ਲਈ ਕੰਡਕਟ ਕੀਤੀਆਂ, ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਜਿਹੜੀ ਸਟੱਡੀ ਕਰਦੇ ਹਾਂ ਜੀ ਉਹ ਐਗਜ਼ਾਮ ਓਰੀਐਂਟਡ ਸਟੱਡੀ ਕਰਦੇ ਹਾਂ, ਕੋਈ ਵੀ ਜੋਕ ਕੋਈ ਵੀ ਇੱਧਰ ਉੱਧਰ ਦੀ ਗੱਲ ਆਪਾਂ ਨਹੀਂ ਕਰਦੇ, ਟੂ ਦੀ ਪੁਆਇੰਟ ਸਟੱਡੀ ਦੀ ਗੱਲ ਕਰਦੇ ਹਾਂ ਕਿਉਂਕਿ ਆਪਾਂ ਪੇਪਰ ਕਲੀਅਰ ਕਰਨਾ। ਉਸ ਵਾਰ ਤੁਹਾਨੂੰ ਦੱਸਿਆ ਕਿ ਸੈਲਫ ਐਨਾਲਿਸਿਸ ਜ਼ਰੂਰ ਕਰਨਾ ਹੈ ਕਿ ਕਿਹੜਾ ਟੌਪਿਕ ਵੀਕ ਹੈ ਤੇ ਕਿਹੜਾ ਟੌਪਿਕ ਸਟਰੋਂਗ ਹੈ, ਤੇ ਉਸ ਤੋਂ ਬਾਅਦ ਕਿਹੜਾ ਪੁਆਇੰਟ ਰਿਵਾਈਜ਼ ਕਰਨਾ। ਮੈਂ ਕਦੇ ਵੀ ਕਿਸੇ ਬੱਚੇ ਨੂੰ ਇਹ ਨਹੀਂ ਗੱਲ ਕਹੀ ਕਿ ਇੱਥੋਂ ਨਹੀਂ ਪੜ੍ਹਨਾ ਉੱਥੋਂ ਨਹੀਂ ਪੜ੍ਹਨਾ, ਜਿੱਥੋਂ ਮਰਜ਼ੀ ਪੜ੍ਹੋ, ਬਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਤੁਹਾਡੇ ਮਾਈਂਡ ਨੂੰ ਕਿ MCQ ਕਿਸ ਤਰੀਕੇ ਦੀ ਸ਼ਬਦਾਵਲੀ ਹੈ, ਪ੍ਰੀਵੀਅਸ ਈਅਰ ਕੁਐਸਚਨ ਕੀ ਹੈ, ਕਿੰਨੇ ਟੈਸਟ ਤੁਸੀਂ ਮੌਕ ਟੈਸਟ ਨਾਲ ਦੇ ਰਹੇ ਹੋ, ਇਹੀ ਤਿਆਰੀ ਹੈ। ਥਿਊਰੀ ਦਾ ਆਪਾਂ ਬਹੁਤ ਸਾਰੀ ਪੜ੍ਹ ਹੀ ਲਈ, ਹੁਣ ਦੇਖੋ ਥਿਊਰੀ ਦੇ ਵਿੱਚ ਤੁਹਾਨੂੰ ਮੈਂ ਰਿਵੀਜ਼ਨ ਦੱਸ ਰਿਹਾ ਲੇਕਿਨ ਨਾਲ ਕੀ ਹੈ ਮੈਂ ਤੁਹਾਨੂੰ ਟੈਸਟਿੰਗ ਵੀ ਕਰਵਾ ਰਿਹਾ ਤੇ ਉਹ ਆਪਾਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਧਿਆਨ ਦੇ ਵਿੱਚ ਵੀ ਰੱਖਣਾ ਹੁੰਦਾ। ਤਾਂ ਇਹਨਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ। ਮੇਰੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਬਲੈਸਿੰਗਸ, ਬਹੁਤ ਵਧੀਆ ਪੋਜ਼ਿਟਿਵ ਸਟੱਡੀ ਕਰੋ ਤੇ ਆਪਾਂ ਨੈਕਸਟ ਕਲਾਸ ਦੇ ਵਿੱਚ ਮਿਲਦੇ ਹਾਂ। ਤੇ ਇਸ ਕੁਐਸਚਨ ਦਾ ਆਨਸਰ ਤੁਸੀਂ ਕੀ ਕਰਨਾ ਹੈ ਜੀ, ਜਿਵੇਂ ਪਿਛਲੀ ਕਲਾਸਾਂ ਦੇ ਵਿੱਚ ਵੀ ਦੱਸਿਆ ਕਿ ਜਿਹੜਾ ਕਮੈਂਟ ਬਾਕਸ ਵਾਲਾ ਆਪਸ਼ਨ ਹੁੰਦਾ ਕਲਾਸ ਵੇਲੇ, ਜਿਹੜਾ ਐਂਡ ਹੋਵੇ ਵੇਲੇ ਆਂਦਾ ਕਮੈਂਟ ਬਾਕਸ ਦਾ ਆਪਸ਼ਨ ਆਂਦਾ, ਉਹਦੇ ਵਿੱਚ ਇਹ ਤੁਸੀਂ ਆਨਸਰ ਕਰਨਾ ਹੈ ਸੋ ਦੈਟ ਕਿ ਮੈਂ ਉਹਨੂੰ ਰੀਡ ਕਰ ਪਾਊਂਗਾ, ਕਿਉਂਕਿ ਇੱਥੇ ਤਾਂ ਤੁਸੀਂ ਇਹਦਾ ਆਨਸਰ ਨਹੀਂ ਕਰ ਸਕਦੇ, ਉਹ ਉਸੇ ਵੇ ਲਾਈਵ ਚੈਟ ਦੇ ਵਿੱਚ ਹੀ ਖਤਮ ਹੋ ਜਾਏਗਾ। ਤਾਂ ਕਮੈਂਟ ਬਾਕਸ ਦੇ ਅੰਦਰ ਕਰਨਾ ਹੈ। ਥੈਂਕ ਯੂ ਸੋ ਵੈਰੀ ਮੱਚ, ਟੇਕ ਕੇਅਰ ਜੀ, ਗੋਡ ਬਲੈਸ ਯੂ।